ਬਹੁਤ ਲੰਬੇ ਸਮੇਂ ਤੋਂ ਪ੍ਰੋਟੈਸਟ ਹੋ ਰਹੇ ਨੇ ਔਰ ਇਹਨਾਂ ਪ੍ਰੋਟੈਸਟਾਂ ਦਾ ਇਨਾਮ ਇਹ ਮਿਲਿਆ ਹੈ ਕਿ ਪਰਚੇ ਜਿਹੜੇ ਨੇ ਵਿਦਿਆਰਥੀਆਂ ਦੇ ਉੱਤੇ ਦਰਜ ਕਰਵਾਏ ਗਏ ਨੇ ਵੀਸੀ ਦੇ ਵੱਲੋਂ। ਹਾਂਜੀ, ਇਹ ਮਤਲਬ ਇਹਨਾਂ ਦੀ ਹਮੇਸ਼ਾ ਤੋਂ ਹੀ ਹੈ। ਆਪਾਂ ਇਹ ਨਹੀਂ ਹੈਗਾ ਵੀ ਕੋਈ ਨਵੀਂ ਗੱਲ ਹੋ ਗਈ ਵੀ ਅੱਜ ਪਰਚੇ ਦਰਜ ਹੋ ਗਏ। ਆਪਾਂ ਸ਼ੁਰੂ ਤੋਂ ਦੇਖੀਏ ਫੀ ਹਾਈਕ ਦੇ ਪ੍ਰੋਟੈਸਟ ਹੋਏ ਨੇ ਵੱਡੇ ਵੱਡੇ, ਤੇ ਹੋਰ ਕਈ ਵੱਡੇ ਪ੍ਰੋਟੈਸਟ ਹੋਏ ਨੇ। ਜਿਹੜੇ ਮਤਲਬ ਅੱਗੇ ਮੂਰੇ ਲੱਗਦੇ ਨੇ ਬੱਚੇ, ਐਕਟਿਵਿਸਟ ਹੁੰਦੇ ਨੇ, ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਆਵਾਜ਼ ਚੁੱਪ ਕਰਾਉਣਾ ਚਾਹੁੰਦੇ ਆ ਪਰਚੇ ਕਰ। ਜਿੱਦੇ ਵਾਈਸ ਚਾਂਸਲਰ ਨੂੰ ਘੇਰਿਆ ਗਿਆ, ਹੁਣ ਅਸੀਂ ਘੇਰਾਂਗੇ ਕਿਉਂ ਉਹਨੂੰ ਵੀ ਸਾਡੀਆਂ ਮੰਗਾਂ ਨੇ, ਤੁਸੀਂ ਮੰਨ ਕੇ ਦਿਓ, ਸਾਨੂੰ ਆ ਕੇ ਗੱਲ ਕਰੋ। ਪਰ ਨਹੀਂ, ਉਹ ਗੱਲ ਕਰਨ ਨਹੀਂ ਆਉਂਦੀ। ਇੱਕ ਵਾਰ ਵੀ ਆਪਦੀ ਸ਼ਕਲ ਨਹੀਂ ਦਿਖਾਈ ਉਹਨਾਂ ਨੇ ਸਾਨੂੰ, ਤੇ ਸਾਨੂੰ ਪਤਾ ਲੱਗਦਾ ਲਾਅ ਆਡੀਟੋਰੀਅਮ ਦੇ ਬਾਹਰ ਨੇ, ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਨ ਚਾਹੁੰਦੇ ਆ। ਉਹ ਰਾਜਨੀਤੀ ਉਹ ਵੀ ਹੁੰਦੀ ਹੈ ਜੋ ਭਗਤ ਸਿੰਘ ਨੇ ਮਤਲਬ ਕੀਤੀ ਆ, ਜ਼ੁਲਮ ਦੇ ਉਲਟ ਲੜਨਾ, ਉਹਨੂੰ ਵੀ ਰਾਜਨੀਤੀ ਕਹਿੰਦੇ ਆ। ਉਹ ਰਾਜਨੀਤੀ ਰਾਜ ਦੀ ਗੱਲ ਆ ਵੀ ਰਾਜ ਇੱਥੇ ਅਮੀਰ ਆ, ਜਿਹੜੇ ਕਾਰਪੋਰੇਟ ਆ, ਵੱਡੇ ਜ਼ਗੀਰਦਾਰ ਆ, ਉਹ ਕਰਨਗੇ, ਜਾਂ ਰਾਜ ਸਾਰੇ ਲੋਕਾਂ ਦਾ ਹੋਊਗਾ। ਪਿਛਲੇ ਕਾਫੀ ਸਮੇਂ ਤੋਂ ਵੇਖ ਰਹੇ ਹਾਂ ਕਿ ਇਹ ਬਹੁਤ ਜ਼ਿਆਦਾ ਢੀਠ ਹੋ ਚੁੱਕੀ ਆ। ਮਤਲਬ ਛੋਟੀ ਡਿਮਾਂਡ ਬਣਾਉਣ ਲਈ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ। ਮਤਲਬ ਲਾਇਬ੍ਰੇਰੀ ਖੁਲਾਉਣੀ, ਲਾਇਬ੍ਰੇਰੀ 'ਚ ਬੈਠਣਾ ਬੇਸਿਕ ਜੀ ਡਿਮਾਂਡ ਆ ਵੀ ਯੂਨੀਵਰਸਿਟੀ 'ਚ ਲਾਇਬ੍ਰੇਰੀ ਤਾਂ ਖੁੱਲ੍ਹੀ ਹੋਣੀ ਚਾਹੀਦੀ ਆ, ਸਟੂਡੈਂਟਾਂ ਨੇ ਪੜ੍ਹਨਾ ਹੁੰਦਾ ਉੱਥੇ ਜਾ ਕੇ, ਉਹ ਖੁਲਾਉਣ ਲਈ ਵੀ ਧਰਨਾ ਲਾਉਣਾ ਪੈਂਦਾ ਹੈ ਨਾ। ਪਿਛਲੀ 1 ਤਰੀਕ, ਕਿਉਂਕਿ ਅੱਜ ਵੀ 1 ਹੈ, ਉਹ ਪਿਛਲੀ 1 ਤਰੀਕ ਦੀ ਉਹ ਗੱਲ ਕਰ ਰਹੇ ਸੀ। ਪੂਰੇ 1 ਮਹੀਨੇ ਬਾਅਦ ਪਰਚੇ ਦਰਜ ਕਿਉਂ, ਉਸ ਤੋਂ 2 ਜਾਂ 3 ਦਿਨ ਬਾਅਦ ਕਿਉਂ ਨਹੀਂ? ਅਸਲ 'ਚ ਇੱਕ ਤਾਂ ਇਹ ਗੱਲ ਹੈ, ਉਦੋਂ ਪ੍ਰੋਟੈਸਟ ਚੱਲ ਰਿਹਾ ਸੀ ਇੱਥੇ ਬਹੁਤ ਵੱਡਾ ਸੈਨੇਟ ਦੇ ਉਲਟ। ਯੂਨੀਵਰਸਿਟੀ ਅਥਾਰਟੀ ਨੂੰ ਇਹ ਸੀਗਾ ਕਿ ਹੁਣ ਪ੍ਰੋਟੈਸਟ ਚੱਲ ਰਿਹਾ, ਹੁਣ ਨਾ ਪੰਗਾ ਲਈਏ, ਹੈ ਨਾ। ਮਤਲਬ ਜਦੋਂ ਥੋੜ੍ਹੀ ਜਿਹੀ ਗੱਲ ਠੰਡੀ ਹੋਊਗੀ ਤੇ ਉਦੋਂ ਆਪਾਂ ਕਰਾ ਦਾਂਗੇ। ਬਾਕੀ ਲਗਾਤਾਰ 1 ਮਹੀਨੇ ਤੋਂ ਪਿੱਛੋਂ ਪੋਲੀਟੀਕਲ ਪ੍ਰੈਸ਼ਰ ਪਾਉਂਦੇ ਰਹੇ, ਹੈ ਨਾ। ਜੇ ਕਿਸੇ ਨੂੰ ਵਹਿਮ ਆ ਕਿ ਵੀ ਐਡੇ ਧਰਨੇ 'ਚੋਂ ਕੋਈ ਸਟੂਡੈਂਟਾਂ ਗ੍ਰਿਫਤਾਰ ਕਰਕੇ ਲੈ ਜੂ, ਤਾਂ ਇਹ ਅਥਾਰਟੀ ਦਾ ਵਹਿਮ ਹੋ ਸਕਦਾ ਤੇ ਪੁਲਿਸ ਦਾ ਵਹਿਮ ਹੋ ਸਕਦਾ। ਜੇ ਉਹਨਾਂ ਨੇ ਵਹਿਮ ਕਢਾਉਣਾ ਤਾਂ ਕਿ ਦੇਖ ਲੈ ਇਹਨਾਂ ਨੂੰ। ਆਪਦੇ ਇਹਨਾਂ ਦੇ ਫੰਕਸ਼ਨ ਚੱਲੀ ਜਾਂਦੇ ਆ, ਸਭ ਵਿਆਹ ਭੋਗ ਸਭ ਕੁਝ ਚੱਲੀ ਜਾਂਦਾ ਇਹਨਾਂ ਦੇ ਕੁਆਟਰਾਂ 'ਚ। ਮਤਲਬ ਉਦੋਂ ਕਰੋਨਾ ਕਿੱਥੇ ਆ ਨਾ। ਮਤਲਬ ਇਹਨਾਂ ਦਾ ਵਿਦਿਆਰਥੀ ਵਿੰਗ ਆ, RSS ਦਾ ABVP ਆ, ਇਹਨਾਂ ਦੇ ਬੰਦੇ ਪ੍ਰੋਟੈਸਟ ਕਰਦੇ, ਉਦੋਂ ਵੀ ਇਕੱਠੇ ਹੁੰਦੇ ਹੀ ਆ। ਜਦੋਂ ਇੱਥੇ ਪਿੱਛੇ ਟੀਚਰਾਂ ਨੇ ਉਹ ਪ੍ਰੋਟੈਸਟ ਕੀਤਾ ਸੀਗਾ ਕਿ VC ਨੂੰ ਵਾਇਲੈਂਸ ਹੋ ਗਿਆ, ਉਹ ਕਰਤਾ ਸਟੂਡੈਂਟ, ਉਦੋਂ ਵੀ ਇੰਨੇ ਉਹ ਇਕੱਠੇ ਹੋਏ ਆ ਟੀਚਰ। ਉਦੋਂ ਮਤਲਬ ਕਰੋਨਾ ਕਿੱਧਰ ਗਿਆ, ਹੈ ਨਾ। ਮਤਲਬ ਇਹ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਯੂਨੀਵਰਸਿਟੀ 'ਤੇ ਕਬਜ਼ਾ ਕਿਵੇਂ ਕਰਨਾ, ਉਹ ਬੰਦ ਯੂਨੀਵਰਸਿਟੀ 'ਚ ਥੋੜ੍ਹਾ ਜਿਹਾ ਸੌਖਾ ਕਰ ਸਕਦੇ। ਚਲੋ ਕਰਨ ਦਾ ਆਪਾਂ ਬੰਦ 'ਚ ਵੀ ਨਹੀਂ ਦੇਣਾ। ਮਤਲਬ ਜਿਹੜਾ ਯੂਨੀਵਰਸਿਟੀ ਨੂੰ ਲਗਾਤਾਰ ਜੇਲ੍ਹ ਬਣਾਇਆ ਛੱਡਿਆ, ਯੂਨੀਵਰਸਿਟੀ ਛੱਡੋ ਦੇਸ਼ ਨੂੰ ਹੀ ਜੇਲ੍ਹ ਬਣਾ ਛੱਡਿਆ, ਹੈ ਨਾ। ਕਸ਼ਮੀਰ ਪਿਛਲੇ ਕਿੰਨੇ ਸਾਲਾਂ ਤੋਂ ਜੇਲ੍ਹ ਬਣਾ ਛੱਡਿਆ, ਉਹਦੇ 'ਚ ਨਾਰਥ ਈਸਟ ਆ, ਹੋਰ ਬਹੁਤ ਇਲਾਕੇ ਆ। ਮਤਲਬ ਭਾਰਤੀ ਸੱਤਾ ਜਿਹੜਾ ਨਿਜ਼ਾਮ ਆ ਉਹਦਾ ਹਮੇਸ਼ਾ ਹੀ ਇਹ ਆ ਵੀ ਜਿੱਥੇ ਵੀ ਕਿਤੇ ਕੋਈ ਸੰਘਰਸ਼ ਖੜੇ ਹੁੰਦੇ ਆ, ਉਹਨਾਂ ਨੂੰ ਕੁਚਲਣ ਲਈ ਨਾ ਜਾਂ ਤਾਂ ਉਹਨਾਂ ਦਾ ਰੂਪ ਹੀ ਉਹਨਾਂ ਜਗ੍ਹਾ ਦਾ ਜੇਲ੍ਹ ਵਰਗਾ ਬਣਾ ਦਿਓ ਕਿ ਪੁਲਿਸ ਦੀ ਛਾਉਣੀ ਲੱਗਣ ਲੱਗ ਪਏ। ਮਤਲਬ ਯੂਨੀਵਰਸਿਟੀ 'ਚ ਪੁਲਿਸ ਦਾ ਹੀ ਕੰਮ ਆ। ਅੱਜ ਤੁਸੀਂ ਗਿਣ ਲਓ ਇੱਥੇ 50 ਪੁਲਿਸ ਵਾਲੇ ਖੜੇ ਹੋਣੇ ਆ। ਅੱਜ ਇਸ ਤਰੀਕੇ ਦੇ ਪ੍ਰੋਟੈਸਟ ਵੇਖ ਕੇ, ਨੌਜਵਾਨਾਂ ਦੀ ਸ਼ਮੂਲੀਅਤ ਵੇਖ ਕੇ ਲੱਗਦਾ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਜਿਉਂਦੀ ਹੈ। ਬਿਲਕੁਲ ਜੀ, ਭਗਤ ਸਿੰਘ ਦੀ ਵਿਚਾਰਧਾਰਾ ਜਿਉਂਦੀ ਰਹੂਗੀ। ਜਿਵੇਂ ਉਹ ਆਪ ਵੀ ਕਹਿੰਦਾ ਕਿ ਤੁਸੀਂ ਮੈਨੂੰ ਮਾਰ ਸਕਦੇ ਹੋ ਪਰ ਮੇਰੇ ਵਿਚਾਰਾਂ ਨੂੰ ਮਾਰ ਸਕਦੇ, ਹੈ ਨਾ। ਉਹਦੀ ਵਿਚਾਰਧਾਰਾ ਤਾਂ ਅੱਜ ਵੀ ਜਿਉਂਦੀ ਆ। ਰੌਲਾ ਤਾਂ ਇਹ ਹੈ ਕਿ ਉਹਦੀ ਵਿਚਾਰਧਾਰਾ ਨੂੰ ਲੋਕਾਂ 'ਚ ਲਿਜਾ ਕੇ, ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਦੇ ਉਲਟ ਲੜਨਾ ਕਿਵੇਂ ਆ, ਉਹ ਪਿਛਲੇ ਅਸੀਂ ਸਾਲ 1.5 ਸਾਲ ਤੋਂ ਵੇਖ ਵੀ ਰਹੇ ਹਾਂ। ਲੰਬੇ ਸਮੇਂ ਤੋਂ ਬੋਲ ਰਹੇ ਹੋ ਪ੍ਰਸ਼ਾਸਨ ਦੇ ਖਿਲਾਫ, ਹਕੂਮਤਾਂ ਦੇ ਖਿਲਾਫ, ਔਰ ਉਸ ਦਾ ਨਤੀਜਾ ਮਿਲ ਗਿਆ, ਅੱਜ ਪਰਚਾ ਦਰਜ ਹੋ ਗਿਆ। ਬਿਲਕੁਲ ਇਹੀ ਕਹਿ ਸਕਦੇ ਹਾਂ। ਚਲੋ ਪਰਚੇ ਤਾਂ ਕੋਈ ਏਡੇ ਵੱਡੇ ਨਹੀਂ ਹੋਏ ਹੈਗੇ, ਪਰ ਫਿਰ ਵੀ ਇਹ ਤਰੀਕਾ ਇਹੀ ਹੈ ਹਕੂਮਤ ਦਾ ਵੀ ਜਿਹੜੇ ਲੋਕ ਬੋਲਦੇ ਨੇ ਉਹਨਾਂ ਨੂੰ ਡਰਾਉਣਾ ਕਿਵੇਂ ਆ ਤੁਸੀਂ, ਵੀ ਉਹਨਾਂ ਤੇ ਪਰਚੇ ਦਰਜ ਕਰ ਦਿਓ, ਉਹਨਾਂ ਨੂੰ ਚੁੱਪ ਕਰਕੇ ਘਰਾਂ ਦੇ ਵਿੱਚ ਬੈਠ ਜਾਣਗੇ ਫਿਰ ਉਹ, ਤੇ ਉਹਨਾਂ ਨੂੰ ਦੇਖਣ ਵਾਲੇ ਵੱਧ ਬੈਠ ਜਾਣਗੇ ਘਰਾਂ ਦੇ ਵਿੱਚ ਵੀ ਹਾਂ ਇਹੀ ਹਸ਼ਰ ਹੋਣਾ ਵਾ ਇਵੈਂਚੁਅਲੀ। ਜਦੋਂ ਤੁਸੀਂ ਬੋਲੋਗੇ ਤਾਂ ਇਸ ਲਈ ਬੋਲਣਾ ਛੱਡ ਦਿਓ। ਇਹ ਡਰਾਉਣ ਦੇ ਇਹ ਤਰੀਕਾ ਹੈ ਇਹ। ਔਰ ਜਦੋਂ ਪਰਚੇ ਦੀ ਗੱਲ ਮਾਂ-ਬਾਪ ਦੇ ਧਿਆਨ ਦੇ ਵਿੱਚ ਆਈ ਤਾਂ ਕੀ ਰਵੱਈਆ ਸੀ ਉਹਨਾਂ ਦਾ? ਦੇਖੋ ਜੀ, ਮੇਰੇ ਘਰ ਦੇ ਇਸ ਮਾਮਲੇ ਦੇ ਵਿੱਚ ਚਲੋ ਮਾਵਾਂ ਥੋੜ੍ਹੀਆਂ ਜ਼ਿਆਦਾ ਚਿੰਤਤ ਹੁੰਦੀਆਂ ਨੇ, ਆਪਾਂ ਮੰਨਦੇ ਹਾਂ, ਪਰ ਫਿਰ ਵੀ ਮੇਰੇ ਡੈਡੀ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਧਰਨੇ ਦੇ ਵਿੱਚ, ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਇਹੀ ਕਿਹਾ ਵੀ ਕੋਈ ਗੱਲ ਨਹੀਂ, ਤੇਰੇ ਨਾਲ ਜਿਹੜੇ ਲੋਕ ਪਹਿਲਾਂ ਤੇਰੇ ਨਾਲ ਖੜੇ ਰਹੇ ਨੇ ਅੱਜ ਵੀ ਉਹ ਤੇਰਾ ਇੱਥੋਂ ਵਾਲਾ ਪਰਿਵਾਰ ਤੇਰੇ ਨਾਲ ਖੜਾ ਹੈ, ਤੇ ਪਰਚੇ ਕੋਈ ਏਡੀ ਗੱਲ ਨਹੀਂ। ਇਹ ਸਰਕਾਰਾਂ ਦਾ ਤਰੀਕਾ ਹੁੰਦਾ ਲੋਕਾਂ ਨੂੰ ਥੱਲੇ ਸਿੱਟਣ ਦਾ। ਯੂਨੀਵਰਸਿਟੀ ਖੁੱਲ੍ਹ ਰਹੀ ਹੈ, ਕੁਛ ਡਿਪਾਰਟਮੈਂਟ 10-15 ਖੁੱਲ੍ਹ ਚੁੱਕੇ ਨੇ, ਬਾਕੀ ਵੀ ਛੇਤੀ ਖੁੱਲ੍ਹਣਗੇ। ਤੇ ਇਹ ਮੰਗ ਆ ਜਿਹੜੀ, ਇਹ ਵੀ ਇੱਕ ਜਮਹੂਰੀ ਹੱਕਾਂ ਦੀ ਮੰਗ ਬਣਦੀ ਹੈ ਵੀ ਸਾਰੇ ਹੀ ਝੂਠੇ ਪਰਚੇ। ਤੁਸੀਂ ਇਹ ਦੇਖ ਲਓ ਵੀ ਜਦੋਂ ਸ਼ਹੀਨ ਬਾਗ ਸੀ, NRC ਲੱਗੀ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਵਿਦਿਆਰਥੀ ਘਰੋਂ ਜਾ ਕੇ ਚੱਕੇ ਨੇ, ਹੰਟ ਕੀਤਾ ਉਹਨਾਂ ਨੂੰ। ਇਹ ਸਰਕਾਰ ਦੀ ਕੋਈ ਨੀਤੀ ਹੈ। ਚੰਡੀਗੜ੍ਹ 'ਚ ਇਹਨਾਂ ਦੀ ਸਰਕਾਰ, ਇਸ ਕਰਕੇ ਇਹਨਾਂ ਲਈ ਪਰਚੇ ਕਰਨਾ ਬਹੁਤ ਸੌਖਾ ਹੋ ਜਾਂਦਾ। ਸਤਿ ਸ਼੍ਰੀ ਅਕਾਲ, ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਕੌਰ। ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਵਿਦਿਆਰਥੀਆਂ ਦੇ ਵੱਲੋਂ, ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ।
ਔਰ ਯੂਨੀਵਰਸਿਟੀਆਂ ਤੇ ਕਾਲਜ ਖੋਲ੍ਹੇ ਜਾਣ ਦੀ ਮੰਗ ਨੂੰ ਲੈ ਕੇ ਵੀ ਲੰਬੇ ਸਮੇਂ ਤੋਂ ਜਿਹੜਾ ਪ੍ਰਦਰਸ਼ਨ ਹੈ ਜਾਰੀ ਹੈ। ਪਰ ਇਸ ਸਭ ਦੇ ਵਿਚਾਲੇ ਜੋ ਪ੍ਰੋਟੈਸਟ ਕਰਨ ਵਾਲੇ ਵਿਦਿਆਰਥੀ ਨੇ ਉਹਨਾਂ ਦੇ ਉੱਤੇ ਵੀਸੀ ਦੇ ਵੱਲੋਂ ਜਿਹੜੇ ਪਰਚੇ ਨੇ ਉਹ ਦਰਜ ਕਰਵਾਏ ਗਏ ਨੇ, ਜਿਸ ਦੇ ਰੋਸ ਦੇ ਵਿੱਚ ਅੱਜ ਫਿਰ ਤੋਂ ਵਿਦਿਆਰਥੀਆਂ ਦਾ ਵੱਡਾ ਹਜੂਮ ਇਕੱਠਾ ਹੋਇਆ ਹੈ ਔਰ ਵਾਈਸ ਚਾਂਸਲਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਹੈ ਹੋਰ ਤਿੱਖਾ ਹੋ ਗਿਆ ਹੈ। ਵਿਦਿਆਰਥੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੀ ਨਾਮ ਹੈ ਮੈਮ? ਮੇਰਾ ਨਾਮ ਭਵਨ। ਬਹੁਤ ਲੰਬੇ ਸਮੇਂ ਤੋਂ ਪ੍ਰੋਟੈਸਟ ਹੋ ਰਹੇ ਨੇ ਔਰ ਇਹਨਾਂ ਪ੍ਰੋਟੈਸਟਾਂ ਦਾ ਇਨਾਮ ਇਹ ਮਿਲਿਆ ਹੈ ਕਿ ਪਰਚੇ ਜਿਹੜੇ ਨੇ ਵਿਦਿਆਰਥੀਆਂ ਦੇ ਉੱਤੇ ਦਰਜ ਕਰਵਾਏ ਗਏ ਨੇ ਵੀਸੀ ਦੇ ਵੱਲੋਂ। ਹਾਂਜੀ, ਇਹ ਮਤਲਬ ਇਹਨਾਂ ਦੀ ਹਮੇਸ਼ਾ ਤੋਂ ਹੀ ਆਪਾਂ ਐ ਨਹੀਂ ਹੈਗਾ ਵੀ ਕੋਈ ਨਵੀਂ ਗੱਲ ਹੋ ਗਈ ਵੀ ਅੱਜ ਪਰਚੇ ਦਰਜ ਹੋ ਗਏ। ਆਪਾਂ ਸ਼ੁਰੂ ਤੋਂ ਦੇਖੀਏ ਫੀ ਹਾਈਕ ਦੇ ਪ੍ਰੋਟੈਸਟ ਹੋਏ ਨੇ ਵੱਡੇ ਤੇ ਹੋਰ ਕਈ ਵੱਡੇ ਪ੍ਰੋਟੈਸਟ ਹੋਏ ਨੇ। ਜਿਹੜੇ ਮਤਲਬ ਅੱਗੇ ਮੂਰੇ ਲੱਗਦੇ ਨੇ ਬੱਚੇ ਐਕਟਿਵਿਸਟ ਹੁੰਦੇ ਨੇ, ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਆਵਾਜ਼ ਚੁੱਪ ਕਰਾਉਣਾ ਚਾਹੁੰਦੇ ਆ ਪਰਚੇ ਕਰਕੇ। ਇਹਨਾਂ ਨੂੰ ਐ ਲੱਗਦਾ ਵੀ ਅਸੀਂ ਪਰਚੇ ਕਰਾਤੇ ਤੇ ਹੁਣ ਬੱਚਿਆਂ ਵਿੱਚ ਡਰ ਪੈਦਾ ਹੋ ਜਾਊ, ਕਿਉਂਕਿ ਇਹ ਇੱਕ ਨੋਰਮਲ ਜਿਹੀ ਗੱਲ ਆ ਵੀ ਜੇ FIR ਹੋਈ ਹੈ ਤੇ ਜਿਹੜੀ ਸਟੂਡੈਂਟ ਕਮਿਊਨਿਟੀ ਉਹਨਾਂ ਵਿੱਚ ਡਰ ਪੈਦਾ ਹੁੰਦਾ, ਉਹ ਆਪਦਾ ਅੱਗੇ ਕਰੀਅਰ ਸੀਕ ਕਰ ਰਹੇ ਹੁੰਦੇ, ਉਹਨਾਂ ਨੂੰ ਐਂ ਹੁੰਦਾ ਵੀ ਅਸੀਂ ਧਰਨੇ 'ਚ ਨਾ ਜਾਈਏ ਕਿਉਂਕਿ FIR ਹੋ ਜਾਣਗੀਆਂ, ਪਰਚੇ ਹੋ ਜਾਣਗੇ। ਪਰ ਇਹ ਮਤਲਬ ਇਹ ਜਿਹੜਾ ਸਾਡਾ ਅੱਜ ਧਰਨਾ ਆ, ਇਹ ਇਸ ਗੱਲ ਦਾ ਸੰਕੇਤ ਆ ਵੀ ਜਿੰਨੀਆਂ ਮਰਜ਼ੀ FIR ਹੋ ਜਾਣ, ਚਾਹੇ ਕੁਛ ਹੋ ਜੇ, ਸਾਡੀ ਜਿਹੜੀ ਆਵਾਜ਼ ਆ ਉਹ ਬੁਲੰਦ ਰਹੂਗੀ ਤੇ ਇਹ ਸਾਨੂੰ FIR ਕਰਕੇ ਰੋਕ ਨਹੀਂ ਸਕਦੇ ਹੈਗੇ। ਅਸੀਂ ਉਹ ਤੋਂ ਦੁੱਗਣੀ ਗਿਣਤੀ ਵਿੱਚ ਚੜ੍ਹ ਕੇ ਆਵਾਂਗੇ ਇਹਨਾਂ ਤੇ ਇਹਨਾਂ ਨੂੰ ਝੂਠੇ ਪਰਚੇ ਰੱਦ ਕਰਨੇ ਪੈਣੇ ਨੇ। ਕਿਸ ਦੇ ਉੱਤੇ ਵਿਦਿਆਰਥੀ ਆਗੂ ਦੇ ਉੱਤੇ ਜਿਹੜੇ ਪਰਚੇ ਨੇ ਦਰਜ ਹੋਏ ਨੇ, ਕਿਹੜੇ ਪਰਚੇ, ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਔਰ ਕਿਸ ਤਰ੍ਹਾਂ ਦਾ ਵਿਵਹਾਰ ਪਰਚਿਆਂ ਤੋਂ ਬਾਅਦ ਜਿਹੜਾ ਵਿਦਿਆਰਥੀਆਂ ਨਾਲ ਹੋਇਆ? ਹਾਂਜੀ, ਇਹਨਾਂ ਤੇ 4 ਸਟੂਡੈਂਟ ਐਕਟਿਵਿਸਟ ਦੇ ਪਰਚੇ ਹੋਏ ਨੇ, 341 ਤੇ 323 ਦੇ। 4 ਸਟੂਡੈਂਟ ਐਕਟਿਵਿਸਟ ਨੇ, ਅਮਨਦੀਪ ਕੌਰ ਨੇ ਇੱਕ ਤੇ ਪ੍ਰਗਟ ਸਿੰਘ ਨੇ, ਰਾਹੁਲ ਨੇ ਤੇ ਸਰਵੋਤਮ ਰਾਣਾ ਨੇ। ਇਹ 4 ਸਟੂਡੈਂਟ ਐਕਟਿਵਿਸਟ ਨੇ, ਇਹਨਾਂ ਤੇ ਪਰਚੇ ਹੋਏ ਨੇ ਤੇ ਇਹਨਾਂ ਦਾ ਜਿਹੜਾ ਚੀਫ ਸਿਕਿਉਰਿਟੀ ਆਫੀਸਰ ਹੈ ਉਹਨਾਂ ਦੀ ਕੰਪਲੇਂਟ ਨੂੰ ਲੈ ਕੇ ਪਰਚੇ ਹੋਏ ਨੇ। ਤੇ ਇਹਨਾਂ ਦਾ ਇਹ ਕਹਿਣਾ ਵੀ ਜਿਹੜਾ ਵਾਈਸ ਚਾਂਸਲਰ ਨੂੰ 1 ਤਰੀਕ ਨੂੰ ਅਸੀਂ ਲਾਅ ਆਡੀਟੋਰੀਅਮ ਦੇ ਬਾਹਰ ਘੇਰਿਆ ਸੀ ਵੀ ਉਹ ਬੱਚਿਆਂ ਨੇ ਹਿੰਸਾ ਕਰਤੀ, ਵਾਇਲੈਂਸ ਕਰਤੀ। ਵੀ ਹਿੰਸਾ ਦਾ ਕੀ ਕੋਈ ਪ੍ਰੂਫ ਦਿਖਾਇਆ ਹੋਵੇ ਕਿ ਕਿਤੇ ਸੱਟ ਲੱਗੀ ਹੋਵੇ ਜਾਂ ਵਿਦਿਆਰਥੀਆਂ ਨੇ ਮਾਰ ਦਿੱਤਾ? ਇਹਨਾਂ ਕੋਲ ਹਿੰਸਾ ਦਾ ਕੋਈ ਪ੍ਰੂਫ ਨਹੀਂ, ਹਿੰਸਾ ਦੇ ਉਲਟ ਸਾਡੇ ਕੋਲ ਪ੍ਰੂਫ ਨੇ। ਸਾਡੇ ਕੋਲ ਬਕਾਇਦਾ ਵੀਡੀਓਜ਼ ਹੈਗੇ ਨੇ, ਵਾਈਸ ਚਾਂਸਲਰ ਨੂੰ ਹੱਥ ਤੱਕ ਨਹੀਂ ਲਾਇਆ ਗਿਆ। ਪਰ ਇਹਨਾਂ ਨੇ ਤਾਂ ਇੱਕ ਨੈਰੇਟਿਵ ਤੈਅ ਕਰਨਾ ਵੀ ਇਨਫੈਕਟ ਇਹਦਾ ਪਰਚੇ ਤਾਂ ਹੁਣ ਆਏ ਨੇ, ਜਿੱਦੇ ਵਾਈਸ ਚਾਂਸਲਰ ਨੂੰ ਘੇਰਿਆ ਗਿਆ। ਹੁਣ ਅਸੀਂ ਘੇਰਾਂਗੇ ਕਿਉਂ ਉਹਨੂੰ ਵੀ ਸਾਡੀਆਂ ਮੰਗਾਂ ਨੇ, ਤੁਸੀਂ ਮੰਨ ਕੇ ਦਿਓ, ਸੰਨਾ ਆ ਕੇ ਗੱਲ ਕਰੋ। ਪਰ ਨਹੀਂ, ਉਹ ਗੱਲ ਕਰਨ ਨਹੀਂ ਆਉਂਦੀ। ਇੱਕ ਵਾਰ ਵੀ ਆਪਦੀ ਸ਼ਕਲ ਨਹੀਂ ਦਿਖਾਈ ਉਹਨਾਂ ਨੇ ਸਾਨੂੰ, ਤੇ ਸਾਨੂੰ ਪਤਾ ਲੱਗਦਾ ਲਾਅ ਆਡੀਟੋਰੀਅਮ ਦੇ ਬਾਹਰ ਨੇ, ਅਸੀਂ ਉਹਨਾਂ ਨਾਲ ਜਾ ਕੇ ਗੱਲ ਕਰਨ ਚਾਹੁੰਦੇ ਹਾਂ, ਪਰ ਹਿੰਸਾ ਦਾ ਇੱਕ ਵਾਰੀ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਗਿਆ। ਤੇ ਬਸ ਇਹ ਉਸ ਗੱਲ ਤੋਂ ਇੰਨਾ ਇਨਰੇਜ ਹੋ ਗਏ ਕਿ ਉਹ ਤੋਂ ਬਾਅਦ ਲਗਾਤਾਰ ਪੀਸ ਰੈਲੀਆਂ ਕੱਢੀਆਂ ਗਈਆਂ ਵੀ ਹਾਂਜੀ ਵਾਈਸ ਚਾਂਸਲਰ ਦੇ ਉੱਤੇ ਇਹਨਾਂ ਨੇ ਬੱਚਿਆਂ ਨੇ ਹਿੰਸਾ ਕਰਤੀ, ਤੇ ਉਹਦਾ ਉਹਨਾਂ ਦੇ ਕੋਲ ਪ੍ਰੂਫ ਕੋਈ ਹੈ ਨਹੀਂਗਾ। ਬਿਨਾਂ ਪ੍ਰੂਫ ਤੋਂ FIR ਦਰਜ ਹੋਣੀ ਇਹ ਕਿੱਥੇ ਤੱਕ ਨੈਤਿਕਤਾ ਹੈ? ਕਿਉਂਕਿ ਇਹ ਸਭ ਦੇ ਸਾਹਮਣੇ ਆ ਰਿਹਾ, ਕਿਸਾਨੀ ਅੰਦੋਲਨ 'ਚ ਵੀ ਵੱਡੇ ਪੱਧਰ ਤੇ ਪਰਚੇ ਹੋਏ ਨੇ, ਲਗਾਤਾਰ ਹੁੰਦੇ ਆ ਰਹੇ ਨੇ, ਪਰ ਬਿਨਾਂ ਪ੍ਰੂਫ ਤੋਂ ਕੋਈ FIR ਦਰਜ ਹੋਣੀ ਇਹ ਕਿੱਧਰ ਦਾ ਇਨਸਾਫ ਹੈ? ਮਤਲਬ ਨੈਤਿਕਤਾ ਦੀ ਤਾਂ ਇਹਨਾਂ ਦੇ ਸਾਹਮਣੇ ਗੱਲ ਹੀ ਨਾ ਕਰੀਏ। ਮਤਲਬ ਨੈਤਿਕਤਾ ਕੀ ਹੁੰਦੀ ਹੈ ਵੀ ਮਤਲਬ ਇੱਕ ਮਿਨੀਮਮ ਬੇਸਿਕ ਥੋੜੀ ਰਿਸਪੌਂਸਿਬਿਲਟੀ ਹੁੰਦੀ ਹੈ ਨਾ। ਹੁਣ ਨੈਤਿਕਤਾ ਸਿਰਫ FIR ਤੱਕ ਨਹੀਂ ਨਾ, ਆਪਾਂ ਨੂੰ ਪਤਾ ਲੱਗਦਾ ਵੀ FIR ਤੋਂ ਬਾਅਦ ਆਪਾਂ ਦੇਖੀਏ ਕਿ ਅੱਛਾ ਇਹਨਾਂ 'ਚ ਨੈਤਿਕਤਾ ਹੈ ਨਹੀਂ ਗੀ। ਜਦੋਂ ਸ਼ੁਰੂ ਵਿੱਚ ਬੱਚੇ ਇੱਥੇ ਭੁੱਖ ਹੜਤਾਲਾਂ ਤੇ ਬੈਠਦੇ ਨੇ, ਬਲਾਈਂਡ ਬੱਚੇ ਹੌਸਟਲਾਂ ਨੂੰ ਲੈ ਕੇ ਭੁੱਖ ਹੜਤਾਲਾਂ ਤੇ ਬੈਠਦੇ ਨੇ, 1100% ਫੀਸਾਂ ਵਧੇ, ਉਦੋਂ ਬੱਚੇ ਹੜਤਾਲਾਂ ਤੇ ਬੈਠਦੇ ਨੇ, ਪੁਲਿਸ ਨੂੰ ਬੁਲਾਇਆ ਜਾਂਦਾ, ਲਾਠੀ ਚਾਰਜ ਕਰਾਇਆ ਜਾਂਦਾ। ਨੈਤਿਕਤਾ ਇਹਨਾਂ ਦੀ ਉਦੋਂ ਹੀ ਖਤਮ ਹੋ ਗਈ ਸੀ, ਜ਼ਮੀਰ ਇਹਨਾਂ ਦੇ ਉਦੋਂ ਹੀ ਮਰ ਗਏ ਸੀ। ਇਹ ਇੱਕ ਹੋਰ ਇਹ ਸੱਟ ਮਾਰਨਾ ਚਾਹੁੰਦੇ ਸਟੂਡੈਂਟ ਸਟਰਗਲ ਤੇ ਵੀ ਸਟੂਡੈਂਟ ਆ ਕੇ ਲੜ ਨਾ ਸਕਣ। ਤੇ ਜਿਹੜਾ ਕੁਛ ਅਸੀਂ ਚਾਹੁੰਦੇ ਹਾਂ, ਅਸੀਂ ਪ੍ਰਾਈਵੇਟਾਈਜੇਸ਼ਨ ਚਾਹੁੰਦੇ ਹਾਂ, ਅਸੀਂ ਸੈਂਟਰਲਾਈਜੇਸ਼ਨ ਚਾਹੁੰਦੇ ਹਾਂ, ਅਸੀਂ ਸੈਨੇਟ ਨੂੰ ਖਤਮ ਕਰਨਾ ਚਾਹੁੰਦੇ ਹਾਂ, ਵੀ ਸਾਡਾ ਰਾਹ ਪੱਧਰਾ ਹੋ ਜਾਵੇ, ਸਟੂਡੈਂਟ ਆ ਕੇ ਬੋਲਣ ਨਾ, ਆਪਦੀ ਆਵਾਜ਼ ਬੁਲੰਦ ਨਾ ਕਰਨ। ਉਹ ਸੈਨੇਟ ਚੋਣਾਂ ਨੂੰ ਲੈ ਕੇ ਕੀ ਅਪਡੇਟ ਹੈ ਹੁਣ? ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਚੋਣਾਂ ਨੂੰ ਲੈ ਕੇ, ਔਰ ਉਸ ਤੋਂ ਬਾਅਦ ਹੁਣ ਅੱਗੇ ਕੀ? ਮਤਲਬ ਸੈਨੇਟ ਚੋਣਾਂ ਦਾ ਜਿਹੜਾ ਗ੍ਰੈਜੂਏਟ ਕੌਂਸਟੀਟੂਐਂਸੀ ਦਾ ਜਿਹੜਾ ਪ੍ਰੋਸੈਸ ਆ ਉਹ ਰੁਕਿਆ ਹੋਇਆ ਸੀਗਾ, ਉਹਦੀ ਡੇਟ ਅਨਾਊਂਸ ਹੋ ਚੁੱਕੀ ਹੈ ਤੇ 26 ਨੂੰ ਉਹਦੀ ਕੁਛ ਬੂਥਸ ਤੇ ਪੋਲਿੰਗ ਹੋ ਚੁੱਕੀ ਹੈ। ਬਾਕੀ ਲਗਾਤਾਰ ਪੋਲਿੰਗ ਚੱਲ ਰਹੀ ਹੈ, ਮਤਲਬ ਸੈਨੇਟ ਦੇ ਚੋਣਾਂ ਹੁਣ ਹੋ ਚੁੱਕੀਆਂ ਨੇ। ਠੀਕ ਹੈ, ਹੋਰ ਵੀ ਵਿਦਿਆਰਥੀ ਆਗੂ ਸਾਡੇ ਨਾਲ ਮੌਜੂਦ ਨੇ, ਉਹਦੇ ਨਾਲ ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ? ਮੇਰਾ ਨਾਮ ਗਗਨ, ਤੇ ਮੈਂ SFS ਤੋਂ। ਕਿਹੜੀ ਜਥੇਬੰਦੀ ਅੱਜ ਜਿਹੜੇ ਪਰਚੇ ਦਰਜ ਹੋਏ ਨੇ, ਜਿਹੜੇ ਝੂਠੇ ਪਰਚੇ ਤੁਹਾਡੇ ਵੱਲੋਂ ਕਹੇ ਜਾ ਰਹੇ ਨੇ ਕਿ ਝੂਠੇ ਪਰਚੇ ਦਰਜ ਹੋਏ ਨੇ, ਕਿਸ ਜਥੇਬੰਦੀ ਦੇ ਵੱਲੋਂ ਸਾਥ ਮਿਲ ਰਿਹਾ ਔਰ ਕਿਹੜੀ ਵਿਦਿਆਰਥੀ ਜਥੇਬੰਦੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੈ? ਇਹਦੀ ਲਗਭਗ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਜੀ, ਬਸ ਇੱਕ ਨੂੰ ਛੱਡ ਕੇ ਉਹ ABVP, ਉਹ ਇਹਨਾਂ ਦੀ ਆਪਦੀ ਹੈ ਨਾ, ਸਾਂਝੇ ਦੀ RSS ਦੀ, ਮਤਲਬ ਉਹ ਤਾਂ VC ਦੀ ਚਮਚਾ ਪਕਿਆ ਦੀ, ਬਾਕੀ ਸਾਰੀਆਂ ਸਟੂਡੈਂਟ ਜਥੇਬੰਦੀਆਂ ਨਾਲ ਆ। ਠੀਕ ਹੈ, ਜਿਸ ਤਰੀਕੇ ਨਾਲ ਪ੍ਰੋਟੈਸਟ ਹੋ ਰਿਹਾ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪ੍ਰੋਟੈਸਟ ਹੋ ਰਿਹਾ ਹੈ, ਕਦੇ ਯੂਨੀਵਰਸਿਟੀ ਖੋਲ੍ਹੇ ਜਾਣ ਨੂੰ ਲੈ ਕੇ, ਕਿਉਂਕਿ ਕੋਰੋਨਾ ਦੇ ਚੱਲਦੇ ਲਗਾਤਾਰ ਯੂਨੀਵਰਸਿਟੀ ਕਾਲਜਸ ਬੰਦ ਨੇ, ਔਰ ਹੁਣ ਸੈਨੇਟ ਚੋਣਾਂ ਦਾ ਇੱਕ ਨਵਾਂ ਮਸਲਾ, ਉਹ ਵੀ ਕਾਫੀ ਮਹੀਨਿਆਂ ਤੋਂ ਜਿਹੜਾ ਪ੍ਰੋਟੈਸਟ ਹੈ ਉਹ ਚੱਲ ਰਿਹਾ ਹੈ। ਇਸ ਸਭ ਦੇ ਵਿਚਾਲੇ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਜਿਹੜਾ ਸਿਆਸੀਕਰਨ ਹੈ ਉਹ ਵਿਦਿਆਰਥੀ ਆਗੂਆਂ ਦਾ ਜਿਹੜਾ ਸਿਆਸੀਕਰਨ ਹੈ ਉਹ ਹੋ ਰਿਹਾ, ਸਿਆਸਤ ਤੋਂ ਪ੍ਰੇਰਿਤ ਪ੍ਰਦਰਸ਼ਨ ਨੇ, ਸਿਆਸਤ ਚਮਕਾਉਣਾ ਚਾਹੁੰਦੇ ਨੇ ਜਿਹੜੇ ਰਾਜਨੇਤਾ ਨੇ, ਸਪੋਰਟ ਕਰ ਰਹੇ ਨੇ। ਅਸਲ 'ਚ ਜਿਹੜਾ ਸਿਆਸਤ ਦਾ ਮਸਲਾ, ਉਹ ਤਾਂ ਸਿਆਸਤ ਜਦੋਂ ਮਤਲਬ ਹਮੇਸ਼ਾ ਹਰ ਥਾਂ ਹੀ ਹੁੰਦੀ ਆ ਨਾ। ਆਪਾਂ ਕਹਿ ਦਈਏ ਵੀ
ਸਿਆਸਤ ਕਿਤੇ ਹੁੰਦੀ ਨਹੀਂ ਗੀ, ਸਾਨੂੰ ਸਕੂਲਾਂ 'ਚ ਕਲਾਸਾਂ 'ਚ ਪੜ੍ਹਾਇਆ ਜਾਂਦਾ ਤੁਸੀਂ ਪੋਲਿਟਿਕਸ ਨਹੀਂ ਕਰਨੀ, ਰਾਜਨੀਤੀ ਨਹੀਂ ਕਰਨੀ। ਪਰ ਜਦੋਂ ਸਾਡੀ ਸਾਰੀ ਦੁਨੀਆ ਸਾਰਾ ਦੇਸ਼ ਰਾਜਨੀਤੀ ਨਾਲ ਚੱਲ ਰਿਹਾ ਤਾਂ ਅਸੀਂ ਰਾਜਨੀਤੀ ਕਿਉਂ ਨਾ ਕਰੀਏ। ਸਵਾਲ ਤਾਂ ਇਹ ਕਿ ਰਾਜਨੀਤੀ ਕਰਨੀ ਕਿਹੋ ਜਿਹੀ ਆ। ਰਾਜਨੀਤੀ ਤੁਸੀਂ ਮੋਦੀ ਕਿਆਂ ਵਾਲੀ, ਆਰਐਸਐਸ ਵਾਲੀ, ਬੀਜੇਪੀ ਕਾਂਗਰਸ ਵਾਲੀ ਕਰਨੀ ਆ ਜਾਂ ਭਗਤ ਸਿੰਘ ਵਾਲੀ ਰਾਜਨੀਤੀ ਕਰਨੀ ਆ। ਉਹ ਰਾਜਨੀਤੀ ਉਹ ਵੀ ਹੁੰਦੀ ਹੈ ਜੋ ਭਗਤ ਸਿੰਘ ਨੇ ਮਤਲਬ ਕੀਤੀ ਆ, ਜ਼ੁਲਮ ਦੇ ਉਲਟ ਲੜਨਾ ਉਹਨੂੰ ਵੀ ਰਾਜਨੀਤੀ ਕਹਿੰਦੇ ਆ। ਉਹ ਰਾਜਨੀਤੀ ਰਾਜ ਦੀ ਗੱਲ ਆ ਵੀ ਰਾਜ ਇੱਥੇ ਅਮੀਰ ਆ ਜਿਹੜੇ ਕਾਰਪੋਰੇਟ ਆ ਵੱਡੇ ਜ਼ਗੀਰਦਾਰ ਆ ਉਹ ਕਰਨਗੇ ਜਾਂ ਰਾਜ ਸਾਰੇ ਲੋਕਾਂ ਦਾ ਹੋਊਗਾ। ਇੱਥੇ ਆਮ ਲੋਕਾਂ ਦਾ, ਗਰੀਬਾਂ ਦਾ, ਮਜ਼ਦੂਰਾਂ ਦਾ, ਕਿਸਾਨਾਂ ਦਾ ਰਾਜ ਹੋਊਗਾ। ਮਤਲਬ ਮਸਲਾ ਇਹ ਆ, ਰਾਜਨੀਤੀ ਹਰੇਕ ਹੀ ਕਰਦਾ, ਕਰਨੀ ਕਿਹੋ ਜਿਹੀ ਸਵਾਲ ਹੋਏ ਆਪਣੇ। ਹੁਣ ਅੱਜ ਜੋ ਪ੍ਰੋਟੈਸਟ ਹੋਇਆ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੋਈ ਸਾਹਮਣੇ ਆਇਆ ਹੋਵੇ ਕਿ ਪ੍ਰੋਟੈਸਟ ਖਤਮ ਕਰ ਦਿਓ ਜਾਂ ਪਰਚੇ ਜਿਹੜੇ ਨੇ ਰੱਦ ਕਰ ਦਿੱਤੇ ਜਾਣਗੇ, ਕੋਈ ਨਹੀਂ ਹਜੇ ਤੱਕ ਕੁਝ ਨਹੀਂ ਆਇਆ ਜੀ। ਮਤਲਬ ਕੱਲ ਜਦੋਂ ਪਰਸੋਂ ਇਹਨਾਂ ਨੇ ਕੀਤੇ ਪਰਚੇ ਤੇ ਕੱਲ ਆਪਾਂ ਖਬਰਾਂ ਵੇਖੀਆਂ, ਉਸ ਤੋਂ ਬਾਅਦ ਤੁਰੰਤ ਪ੍ਰੋਟੈਸਟ ਕਾਲ ਕੀਤੀ ਅੱਜ, ਤੇ ਉਸ ਤੋਂ ਬਾਅਦ ਮੋਬਿਲਾਈਜੇਸ਼ਨ ਕਰਕੇ ਅੱਜ ਪ੍ਰੋਟੈਸਟ ਕਰ ਰਹੇ। ਹਜੇ ਤੱਕ ਤਾਂ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਵੀ ਇਸੇ ਰੱਦ ਕਰ ਦਾਂਗੇ ਜਾਂ ਸਾਡੇ ਨਾਲ ਆ ਕੇ ਕੋਈ ਗੱਲਬਾਤ ਕਰੋ। ਮਤਲਬ ਇਹ ਆਪਾਂ ਪਿਛਲੇ ਕਾਫੀ ਸਮੇਂ ਤੋਂ ਵੇਖ ਰਹੇ ਹਾਂ ਕਿ ਇਹ ਬਹੁਤ ਜ਼ਿਆਦਾ ਢੀਠ ਹੋ ਚੁੱਕੇ ਆ। ਮਤਲਬ ਛੋਟੀ ਡਿਮਾਂਡ ਬਣਾਉਣ ਲਈ ਵੀ ਸਾਨੂੰ ਧਰਨੇ ਲਾਉਣੇ ਪੈਂਦੇ ਆ। ਮਤਲਬ ਲਾਇਬ੍ਰੇਰੀ ਖੁਲਾਉਣੀ, ਲਾਇਬ੍ਰੇਰੀ 'ਚ ਬੈਠਣਾ ਬੇਸਿਕ ਜੀ ਡਿਮਾਂਡ ਆ ਵੀ ਯੂਨੀਵਰਸਿਟੀ 'ਚ ਲਾਇਬ੍ਰੇਰੀ ਤਾਂ ਖੁੱਲ੍ਹੀ ਹੋਣੀ ਚਾਹੀਦੀ ਆ, ਸਟੂਡੈਂਟਾਂ ਨੇ ਪੜ੍ਹਨਾ ਹੁੰਦਾ ਉੱਥੇ ਜਾ ਕੇ, ਉਹ ਖੁਲਾਉਣ ਲਈ ਵੀ ਧਰਨਾ ਲਾਉਣਾ ਪੈਂਦਾ ਹੈ ਨਾ। ਮਤਲਬ ਜਿਹੜਾ ਇਹ ਫਾਸੀਵਾਦੀ ਸਰਕਾਰ ਆ ਉਹਦੇ ਪਿੱਠੂ ਇੱਥੇ ਯੂਨੀਵਰਸਿਟੀ 'ਚ ਵੀ ਬੈਠੇ ਆ, ਚਾਹੇ ਉਹ VC ਆ, DSW ਆ, ਇਹ ਸਾਰੇ RSS ਦੇ ਬਿਠਾਏ ਹੋਏ ਆ ਨਾ। ਇਹਨਾਂ ਦਾ ਇੱਕ ਕਰੈਕਟਰ ਆ ਜਿਹੜਾ ਸਾਨੂੰ ਨੋਟ ਕਰਨਾ ਪਊ ਕਿ ਇਹ ਵੱਧ ਢੀਠ ਆ ਪੁਰਾਣੀਆਂ ਉਹਨਾਂ ਨਾਲੋਂ ਨਾ, ਪਾਰਟੀਆਂ ਨਾਲੋਂ, ਕਾਂਗਰਸ ਦੇ ਰਾਜ ਨਾਲੋਂ ਕਹਿ ਲਈਏ। ਚਾਹੇ ਦਿੱਲੀ 'ਚ ਮਤਲਬ ਐਡਾ ਵੱਡਾ ਧਰਨਾ ਹੋ ਰਿਹਾ, ਸਰਕਾਰ ਫਿਰ ਵੀ ਢੀਠ ਹੋਈ ਬੈਠੀ ਆ। ਉਵੇਂ ਇੱਥੋਂ ਵਾਲੀ ਅਥਾਰਟੀ ਦਾ ਮਸਲਾ ਕਿ ਪਰ ਇਹਨਾਂ ਆਪਾਂ ਨੂੰ ਜਿੱਤਣ ਲਈ ਸਾਡੇ ਸੰਘਰਸ਼ ਦੇ ਤਰੀਕੇ ਹੋਰ ਤਿੱਖੇ ਕਰਨੇ ਪੈਣਗੇ। ਜੇ ਇਹਨਾਂ ਤਰੀਕਿਆਂ ਨਾਲ ਨਹੀਂ ਮੰਨਦੇ ਤਾਂ ਅਸੀਂ ਹੋਰ ਤਿੱਖੇ ਕਰਾਂਗੇ ਵੀ। ਤੁਹਾਡੇ ਸਾਥੀ ਵਿਦਿਆਰਥੀ ਕਹਿ ਰਹੇ ਸੀਗੇ ਕਿ ਇਹ ਪਰਚੇ ਜਦੋਂ 1 ਤਰੀਕ ਨੂੰ ਘਿਰਾਓ ਕੀਤਾ ਗਿਆ ਸੀ VC ਦਾ, ਪਿਛਲੀ 1 ਤਰੀਕ, ਕਿਉਂਕਿ ਅੱਜ ਵੀ 1 ਹੈ ਔਰ ਪਿਛਲੀ 1 ਤਰੀਕ ਦੀ ਉਹ ਗੱਲ ਕਰ ਰਹੇ ਸੀ, ਪੂਰੇ 1 ਮਹੀਨੇ ਬਾਅਦ ਪਰਚੇ ਦਰਜ ਕਿਉਂ, ਉਸ ਤੋਂ 2 ਜਾਂ 3 ਦਿਨ ਬਾਅਦ ਕਿਉਂ ਨਹੀਂ? ਅਜੇ ਇੱਕ ਤਾਂ ਇਹ ਗੱਲ ਹੈ ਉਦੋਂ ਪ੍ਰੋਟੈਸਟ ਚੱਲ ਰਿਹਾ ਸੀ ਇੱਥੇ ਬਹੁਤ ਵੱਡਾ ਸੈਨੇਟ ਦੇ ਉਲਟ। ਯੂਨੀਵਰਸਿਟੀ ਅਥਾਰਟੀ ਨੂੰ ਇਹ ਸੀਗਾ ਕਿ ਹੁਣ ਪ੍ਰੋਟੈਸਟ ਚੱਲ ਰਿਹਾ, ਹੁਣ ਨਾ ਪੰਗਾ ਲਈਏ ਹੈ ਨਾ। ਮਤਲਬ ਜਦੋਂ ਥੋੜੀ ਜਿਹੀ ਗੱਲ ਠੰਡੀ ਹੋਊਗੀ ਤੇ ਉਦੋਂ ਆਪਾਂ ਕਰਾ ਦਾਂਗੇ। ਬਾਕੀ ਲਗਾਤਾਰ 1 ਮਹੀਨੇ ਤੋਂ ਪਿੱਛੋਂ ਪੋਲੀਟੀਕਲ ਪ੍ਰੈਸ਼ਰ ਪਾਉਂਦੇ ਰਹੇ ਹੈ ਨਾ, ਤੇ ਉਹਦੇ ਚੱਕਰ 'ਚ ਇਹਨਾਂ ਨੇ ਮਹੀਨਾ ਲੇਟ ਕਰਤੇ। ਪਰ ਇਹਨਾਂ ਨੂੰ ਵਹਿਮ ਹੀ ਇਹਨਾਂ ਦਾ ਵੀ ਦੁਬਾਰੇ ਸੰਘਰਸ਼ ਉੱਠ ਨਹੀਂ ਸਕਦੇ ਹੁੰਦੇ। ਜਦੋਂ ਸੈਨੇਟ ਵਾਲਾ ਚੱਲ ਰਿਹਾ ਸੀਗਾ ਉਦੋਂ ਵੱਡਾ ਪ੍ਰੋਟੈਸਟ ਸੀ, ਵੱਡੇ ਪ੍ਰੋਟੈਸਟ ਇਹਦੇ ਉਲਟ ਵੀ ਹੋ ਜਾਣਗੇ। ਮਤਲਬ ਇਹਨਾਂ ਦੇ ਸਾਰੇ ਵਹਿਮ ਤੋੜੇ ਜਾਣਗੇ। ਗ੍ਰਿਫਤਾਰੀ ਦੀ ਤਲਵਾਰ ਜਿਹੜੀ ਹੈ ਲਟਕ ਰਹੀ ਹੈ ਲਗਾਤਾਰ, ਕਿਉਂਕਿ ਪਰਚੇ ਦਰਜ ਹੋਣ ਤੋਂ ਬਾਅਦ ਗ੍ਰਿਫਤਾਰੀ ਦਾ ਵੀ ਇੱਕ ਰਸਤਾ ਹੁੰਦਾ ਹੈ ਜਿਹੜਾ ਹੋ ਸਕਦਾ ਹੈ। ਕੀ ਲੱਗਦਾ ਹੈ ਹੁਣ? ਉਹਦੇ 'ਚ ਇਹੀ ਇੱਕ ਤਾਂ ਚਲੋ ਲੀਗਲ ਰਸਤਾ ਹੁੰਦਾ ਕਿ ਬੇਲ ਵਗੈਰਾ ਅਪਲਾਈ ਕਰਨ ਦਾ, ਉਹ ਤਾਂ ਹੋਊਗਾ ਹੀ। ਬਾਕੀ ਜੀ ਜੇ ਕਿਸੇ ਨੂੰ ਵਹਿਮ ਆ ਕਿ ਵੀ ਐਡੇ ਧਰਨੇ 'ਚੋਂ ਕੋਈ ਸਟੂਡੈਂਟਾਂ ਨੂੰ ਗ੍ਰਿਫਤਾਰ ਕਰਕੇ ਲੈ ਜੂ, ਤਾਂ ਇਹ ਅਥਾਰਟੀ ਦਾ ਵਹਿਮ ਹੋ ਸਕਦਾ ਤੇ ਪੁਲਿਸ ਦਾ ਵਹਿਮ ਹੋ ਸਕਦਾ। ਜੇ ਉਹਨਾਂ ਨੇ ਵਹਿਮ ਕਢਾਉਣਾ ਤਾਂ ਕਿ ਦੇਖ ਲੈਣ ਨਾ। ਕੋਈ ਆਇਆ ਤਾਂ ਨਹੀਂ, ਕਿਸੇ ਵੱਲੋਂ ਕੋਈ ਧਮਕੀ ਦਿੱਤੀ ਗਈ ਹੋਵੇ ਜਾਂ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ? ਨਹੀਂ, ਪੁਲਿਸ ਖੜੀ ਤਾਂ ਹੈ ਪਰ ਹਜੇ ਤੱਕ ਕੋਸ਼ਿਸ਼ ਤਾਂ ਇਹੋ ਜਿਹੀ ਕੋਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕਿ ਸਟੂਡੈਂਟ ਨੂੰ ਆ ਕੇ ਗ੍ਰਿਫਤਾਰ ਕੀਤਾ ਜਾਵੇ। ਮੈਨੂੰ ਲੱਗਦਾ ਕਰਨਗੇ ਵੀ ਨਹੀਂ, ਜੇ ਕਰਨਗੇ ਤਾਂ ਫਿਰ ਦੇਖ ਲਾਂਗੇ ਮੌਕੇ ਤੇ, ਹਨਾ। ਤੁਸੀਂ RSS ਦੀ ਗੱਲ ਕੀਤੀ ਕਿ RSS ਵੱਲੋਂ ਲਗਾਤਾਰ ਜਿਹੜਾ ਹੈ ਆਪਣਾ ਦਬਾਅ ਪਾਇਆ ਜਾ ਰਿਹਾ ਹੈ। RSS ਦਾ ਕੀ ਫਾਇਦਾ ਹੋ ਸਕਦਾ ਹੈ? ਵਿਦਿਆਰਥੀ ਜਿਹੜਾ ਵਿਦਿਅਕ ਅਦਾਰ ਹੈ ਉਸ ਦੇ ਉੱਤੇ ਆਪਣਾ ਪ੍ਰਭਾਵ ਪਾ ਕੇ RSS ਦੇ ਬੰਦੇ ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਜਿਹੜੇ ਨੇ ਸੈਨੇਟ ਦੇ ਵਿੱਚ ਵੀ ਬਿਠਾਉਣਾ ਚਾਹੁੰਦੇ ਨੇ, ਕੀ ਫਾਇਦਾ ਹੋ ਸਕਦਾ ਹੈ RSS ਨੂੰ ਸਿੱਧੇ ਤੌਰ ਤੇ? ਮਤਲਬ ਜਿਵੇਂ ਚਾਂਸਲਰ ਵੱਲੋਂ ਜਿਹੜੀ ਨੋਮੀਨੇਸ਼ਨਾਂ ਹੋਣੀਆਂ ਹੁੰਦੀਆਂ ਉਹਦੇ 'ਚ ਲਗਭਗ ਸਾਰੇ ਬੰਦੇ RSS ਦੇ, BJP ਦੇ ਨੇੜੇ ਆ ਨਾ। ਤੇ ਉਦੋਂ ਬਾਅਦ ਜਿੰਨੇ ਵੀ ਅੱਜ ਅਥਾਰਟੀ ਦੇ ਉੱਪਰਲੇ ਉਹ ਆ ਪੋਜੀਸ਼ਨਾਂ, ਚਾਹੇ VC ਆ, DSW ਆ, ਉਹ ਸਾਰੇ RSS ਦੇ ਬੰਦੇ ਆ। ਮਤਲਬ ਯੂਨੀਵਰਸਿਟੀ ਤੇ ਕਬਜ਼ਾ ਕਿਵੇਂ ਕਰਨਾ, ਆਪਦੇ ਬੰਦੇ ਕਿਵੇਂ ਫਿੱਟ ਕਰਨੇ ਆ, ਤੇ ਉਹ ਜਦੋਂ ਯੂਨੀਵਰਸਿਟੀ ਬੰਦ ਹੋਊਗੀ, ਬੰਦ ਯੂਨੀਵਰਸਿਟੀ 'ਚ ਵਿਰੋਧ ਕਰਨ ਦੀ ਸਮਰੱਥਾ ਹਮੇਸ਼ਾ ਘੱਟ ਹੋਊਗੀ ਨਾ। ਯੂਨੀਵਰਸਿਟੀ ਖੁੱਲ੍ਹੀ ਹੋਊਗੀ ਤਾਂ ਇੱਥੇ ਸਟੂਡੈਂਟ ਵੱਧ ਆਉਣਗੇ। ਦੂਜਾ ਮਸਲਾ ਇਹ ਆ, ਇਹਨਾਂ ਦਾ ਵਿਦਿਆਰਥੀ ਬਣ ਜਿਹੜਾ ABVP, ਉਹਨਾਂ ਨੂੰ ਇਹ ਵੀ ਡਰ ਆ ਕਿ ਯੂਨੀਵਰਸਿਟੀ ਖੁੱਲ੍ਹ ਗਈ ਤਾਂ ਪੰਜਾਬ ਹਰਿਆਣੇ 'ਚ ਜਿਹੜਾ ਮਾਹੌਲ ਆ BJP ਦੇ ਉਲਟ, RSS ਦੇ ਉਲਟ, ਉਹ ਮਾਹੌਲ ਯੂਨੀਵਰਸਿਟੀ 'ਚ ਵੀ ਬਣੂਗਾ। ਮਤਲਬ ਜਦੋਂ ਇਹ ABVP ਇੱਥੇ ਕੋਈ ਪ੍ਰੋਗਰਾਮ ਹੋਊਗੀ ਉਹਨਾਂ ਨੂੰ ਵੀ ਭਜਾਇਆ ਜਾਊਗਾ, ਕੋਈ ਇੱਥੇ ਹੋਰ ਸੰਝੀ ਆਊਗਾ, ਚਾਹੇ ਉਹ VC ਆ, ਕੋਈ ਵੀ ਆ, ਮਤਲਬ ਉਹਨਾਂ ਸਾਰਿਆਂ ਨੂੰ ਭਜਾਇਆ ਜਾਊਗਾ। ਇਹ ਉਹਨਾਂ ਦੇ ਮਨਾਂ 'ਚ ਡਰ ਆ ਤੇ ਉਹ ਡਰ ਉਹਨਾਂ ਦਾ ਸੱਚਾ ਵੀ ਆ। ਮਤਲਬ ਜਦੋਂ ਯੂਨੀਵਰਸਿਟੀ ਖੁੱਲੂਗੀ ਅਸੀਂ ਸੰਝੀਆਂ ਨੂੰ ਸੱਚੀਓ ਇੱਥੋਂ ਭਜਾਵਾਂਗੇ ਤੇ ਇਹਨਾਂ ਦੇ ਹੋਰ ਵੱਧ ਡਰਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਤਾਂ ਨਾ ਇਹ ਕਹਿ ਸਕਦੇ ਹਾਂ। ਜਦੋਂ ਯੂਨੀਵਰਸਿਟੀ ਦੇ ਮੇਨ ਗੇਟ ਤੋਂ ਗੁਜ਼ਰਿਆ ਜਾਂਦਾ ਸੀ ਨਾ ਤਾਂ ਪਹਿਚਾਣ ਹੁੰਦੀ ਸੀ ਕਿ ਮੇਨ ਗੇਟ ਖੁੱਲ੍ਹਾ ਹੁੰਦਾ ਸੀ ਤੇ ਪੰਜਾਬ ਯੂਨੀਵਰਸਿਟੀ ਆ, ਪਰ ਹੁਣ ਜਦੋਂ ਗੁਜ਼ਰਿਆ ਜਾਂਦਾ ਤੇ ਅਕਸਰ ਉਹ ਗੇਟ ਬੰਦ ਮਿਲਦਾ ਹੈ। ਤੁਹਾਡੀਆਂ ਗੱਲਾਂ ਤੋਂ ਵੀ ਇਹ ਲੱਗ ਰਿਹਾ ਕਿ ਯੂਨੀਵਰਸਿਟੀ ਹਾਲੇ ਖੁੱਲ੍ਹਣ ਦੀ ਕੋਈ ਵੀ ਆਸ ਜਿਹੜੀ ਹੈ ਨਹੀਂ ਹੈ, ਕਿਉਂਕਿ ਕਰੋਨਾ ਜਿਹੜੇ ਨਰਸਰੀ ਦੇ ਬੱਚੇ ਨੇ ਉਹਨਾਂ ਦੇ ਵੀ ਸਕੂਲ ਜਿਹੜੇ ਨੇ ਖੁੱਲ੍ਹ ਚੁੱਕੇ ਨੇ, ਪਰ ਜਿਹੜੇ ਰਿਸਪੌਂਸਿਬਲ ਬੱਚੇ ਨੇ, ਨੌਜਵਾਨ ਵਿਦਿਆਰਥੀ ਨੇ, ਉਹਨਾਂ ਦੀ ਯੂਨੀਵਰਸਿਟੀ ਜਾਂ ਕਾਲਜਸ ਖੁੱਲ੍ਹਣ ਦਾ ਕੀ ਲੱਗਦਾ ਹੈ ਕਿ ਜਲਦੀ ਕੁਝ ਹੋਏਗਾ ਜਾਂ ਨਹੀਂ?
ਮਤਲਬ ਕਰੋਨਾ ਦੇ ਬਹਾਨੇ ਇੱਕ ਵਾਰ ਇਹਨਾਂ ਨੇ ਬੰਦ ਕਰ ਰੱਖਿਆ ਨਾ, ਉਦੋਂ ਬਾਅਦ ਹੁਣ ਪੰਜਾਬ ਵੀ ਖੁੱਲ੍ਹ ਗਿਆ, ਹਰਿਆਣਾ ਵੀ ਖੁੱਲ੍ਹ ਗਏ, ਸਾਰੇ ਸਕੂਲ ਕਾਲਜ ਖੁੱਲ੍ਹ ਗਏ, ਇੱਥੋਂ ਤੱਕ ਕਿ ਚੰਡੀਗੜ੍ਹ ਦੇ ਕਾਲਜ ਵੀ ਖੁੱਲ੍ਹ ਗਏ, ਚੰਡੀਗੜ੍ਹ ਦੇ ਸਕੂਲ ਖੁੱਲ੍ਹੇ ਆ। ਫਿਰ ਯੂਨੀਵਰਸਿਟੀ ਨੂੰ ਕੀ ਹੋਇਆ? ਮਤਲਬ ਇਹ ਆਪ ਵੀ ਮੀਟਿੰਗਾਂ ਕਰਦੀ ਆ, ਬਹੁਤ ਜਣੇ ਇਕੱਠੇ ਹੋ ਕੇ ਆਪਦੇ ਇਹਨਾਂ ਦੇ ਫੰਕਸ਼ਨ ਚੱਲੀ ਜਾਂਦੇ ਆ, ਸਭ ਵਿਆਹ ਭੋਗ ਸਭ ਕੁਝ ਚੱਲੀ ਜਾਂਦਾ ਇਹਨਾਂ ਕੁਆਟਰਾਂ 'ਚ। ਮਤਲਬ ਉਦੋਂ ਕਰੋਨਾ ਕਿੱਥੇ ਆ ਨਾ, ਮਤਲਬ ਇਹਨਾਂ ਦਾ ਵਿਦਿਆਰਥੀ ਵਿੰਗ ਆ, RSS ਦਾ ABVP ਆ, ਇਹਨਾਂ ਦੇ ਬੰਦੇ ਪ੍ਰੋਟੈਸਟ ਕਰਦੇ ਉਦੋਂ ਵੀ ਇਕੱਠੇ ਹੁੰਦੇ ਹੀ ਆ। ਜਦੋਂ ਇੱਥੇ ਪਿੱਛੇ ਜੇ ਟੀਚਰਾਂ ਨੇ ਉਹ ਪ੍ਰੋਟੈਸਟ ਕੀਤਾ ਸੀਗਾ ਕਿ VC ਨੂੰ ਵਾਇਲੈਂਸ ਹੋ ਗਿਆ, ਉਹ ਕਰਤਾ ਸਟੂਡੈਂਟ, ਉਦੋਂ ਵੀ ਇੰਨੇ ਉਹ ਇਕੱਠੇ ਹੋਏ ਆ ਟੀਚਰ, ਉਦੋਂ ਮਤਲਬ ਕਰੋਨਾ ਕਿੱਧਰ ਗਿਆ ਹੈ ਨਾ। ਮਤਲਬ ਇਹ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਯੂਨੀਵਰਸਿਟੀ 'ਤੇ ਕਬਜ਼ਾ ਕਿਵੇਂ ਕਰਨਾ, ਉਹ ਬੰਦ ਯੂਨੀਵਰਸਿਟੀ 'ਚ ਥੋੜ੍ਹਾ ਜਿਹਾ ਸੌਖਾ ਕਰ ਸਕਦੇ, ਚਲੋ ਕਰਨ ਦਾ ਆਪਾਂ ਬੰਦ 'ਚ ਵੀ ਨਹੀਂ ਦੇਣਾ। ਮਤਲਬ ਜਿਹੜਾ ਯੂਨੀਵਰਸਿਟੀ ਨੂੰ ਲਗਾਤਾਰ ਜੇਲ੍ਹ ਬਣਾਇਆ ਛੱਡਿਆ, ਯੂਨੀਵਰਸਿਟੀ ਛੱਡੋ ਦੇਸ਼ ਨੂੰ ਹੀ ਜੇਲ੍ਹ ਬਣਾ ਛੱਡਿਆ ਹੈ ਨਾ। ਕਸ਼ਮੀਰ ਪਿਛਲੇ ਕਿੰਨੇ ਸਾਲਾਂ ਤੋਂ ਜੇਲ੍ਹ ਬਣਾ ਛੱਡਿਆ, ਉਹਦੇ 'ਚ ਨਾਰਥ ਈਸਟ ਆ, ਹੋਰ ਬਹੁਤ ਇਲਾਕੇ ਆ। ਮਤਲਬ ਭਾਰਤੀ ਸੱਤਾ ਜਿਹੜਾ ਨਿਜ਼ਾਮ ਆ ਉਹਦਾ ਹਮੇਸ਼ਾ ਹੀ ਇਹ ਆ ਵੀ ਜਿੱਥੇ ਵੀ ਕਿਤੇ ਕੋਈ ਸੰਘਰਸ਼ ਖੜੇ ਹੁੰਦੇ ਆ, ਉਹਨਾਂ ਨੂੰ ਕੁਚਲਣ ਲਈ ਨਾ ਜਾਂ ਤਾਂ ਉਹਨਾਂ ਦਾ ਰੂਪ ਹੀ ਉਹਨਾਂ ਜਗ੍ਹਾ ਦਾ ਜੇਲ੍ਹ ਵਰਗਾ ਬਣਾ ਦਿਓ ਕਿ ਪੁਲਿਸ ਦੀ ਛਾਉਣੀ ਲੱਗਣ ਲੱਗ ਪਏ। ਮਤਲਬ ਯੂਨੀਵਰਸਿਟੀ 'ਚ ਪੁਲਿਸ ਦਾ ਹੀ ਕੰਮ ਆ। ਅੱਜ ਤੁਸੀਂ ਗਿਣ ਲਓ ਇੱਥੇ 50 ਪੁਲਿਸ ਵਾਲੇ ਖੜੇ ਹੋਣੇ ਆ। ਮਤਲਬ ਯੂਨੀਵਰਸਿਟੀ ਵਿਦਿਆਰਥੀਆਂ ਦੀ ਹੁੰਦੀ ਆ, ਉੱਥੇ ਅਕੈਡਮਿਕ ਮਾਹੌਲ ਹੋਵੇ, ਪੜ੍ਹਾਈ ਹੋਵੇ, ਸਾਰਾ ਕੁਝ ਹੋਵੇ ਹੈ ਨਾ। ਮਤਲਬ ਪੁਲਿਸ ਤਾਂ ਇੱਥੇ ਐਂਟਰੀ ਨਹੀਂ ਹੋਣੀ ਚਾਹੀਦੀ, ਪਰ ਵੇਖਣ ਨੂੰ ਲੱਗਦਾ ਜਿਵੇਂ ਪੁਲਿਸ ਦੀ ਛਾਉਣੀ ਹੁੰਦੀ ਆ ਤੇ ਉੱਥੇ ਆਪਾਂ ਫਿਰਦੇ ਹਾਂ। ਮਤਲਬ ਮਾਹੌਲ ਸਾਨੂੰ ਵੀ ਸਾਰੇ, ਚਾਹੇ ਸਟੂਡੈਂਟ ਆ, ਚਾਹੇ ਅਸੀਂ ਟੀਚਰ ਆ, ਚਾਹੇ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਹੋਰ ਵੀ ਤਬਕੇ ਆ, ਸਾਨੂੰ ਸੋਚਣਾ ਬਣਦਾ ਕਿ ਯੂਨੀਵਰਸਿਟੀ ਦੇ ਮਾਹੌਲ ਨੂੰ ਮੁੜ ਕਿਵੇਂ ਬਹਾਲ ਕਰਨਾ, ਤੇ ਜਿੰਨੀ ਕੁ ਡੈਮੋਕ੍ਰੇਸੀ ਪਹਿਲਾਂ ਸੀ ਉਹ ਤਾਂ ਬਹਾਲ ਕਰਨੀ ਆ, ਉਦੋਂ ਵੱਧ ਹੋਰ ਵੀ ਡੈਮੋਕ੍ਰੇਸੀ ਕਿਵੇਂ ਬਹਾਲ ਕਰਨੀ ਆ। ਆਖਰੀ ਸਵਾਲ ਹੈ ਮੇਰਾ ਕਿ ਲੰਘੇ 2 ਦਿਨ ਪਹਿਲਾਂ ਸ਼ਹੀਦ ਭਗਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਲੰਘ ਕੇ ਗਿਆ ਹੈ, ਔਰ ਇਸ ਤਰੀਕੇ ਦੇ ਨਾਲ ਜਿਵੇਂ ਨੌਜਵਾਨੀ ਲਹਿਰ ਉੱਠੀ ਹੋਈ ਹੈ, ਕਿਸਾਨੀ ਅੰਦੋਲਨ ਦੀ ਲਹਿਰ ਉੱਠੀ ਹੋਈ ਹੈ, ਜਿਨ੍ਹਾਂ ਨੌਜਵਾਨਾਂ ਤੇ ਬੜੇ ਟੈਗ ਲੱਗਦੇ ਰਹੇ ਨੇ, ਵੇਲੜਾਂ ਦੇ, ਨਸ਼ੇੜੀਆਂ ਦੇ, ਅੱਜ ਇਸ ਤਰੀਕੇ ਦੇ ਪ੍ਰੋਟੈਸਟ ਵੇਖ ਕੇ, ਨੌਜਵਾਨਾਂ ਦੀ ਸ਼ਮੂਲੀਅਤ ਵੇਖ ਕੇ ਲੱਗਦਾ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਜਿਉਂਦੀ ਹੈ। ਬਿਲਕੁਲ ਜੀ, ਭਗਤ ਸਿੰਘ ਦੀ ਵਿਚਾਰਧਾਰਾ ਜਿਉਂਦੀ ਰਹੂਗੀ। ਜਿਵੇਂ ਉਹ ਆਪ ਵੀ ਕਹਿੰਦਾ ਕਿ ਤੁਸੀਂ ਮੈਨੂੰ ਮਾਰ ਸਕਦੇ ਹੋ ਪਰ ਮੇਰੇ ਵਿਚਾਰਾਂ ਨੂੰ ਮਾਰ ਸਕਦੇ ਹੈ ਨਾ, ਉਹਦੀ ਵਿਚਾਰਧਾਰਾ ਤਾਂ ਅੱਜ ਵੀ ਜਿਉਂਦੀ ਆ। ਰੌਲਾ ਤਾਂ ਇਹ ਹੈ ਕਿ ਉਹਦੀ ਵਿਚਾਰਧਾਰਾ ਨੂੰ ਲੋਕਾਂ 'ਚ ਲਿਜਾ ਕੇ, ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਦੇ ਉਲਟ ਲੜਨਾ ਕਿਵੇਂ ਆ, ਉਹ ਪਿਛਲੇ ਅਸੀਂ ਸਾਲ 1.5 ਸਾਲ ਤੋਂ ਵੇਖ ਵੀ ਰਹੇ ਹਾਂ। ਮਤਲਬ ਜਿਹੜੀ ਨੌਜਵਾਨੀ ਤੁਸੀਂ ਗੱਲ ਕੀਤੀ ਵੀ ਉਹ 'ਤੇ 100 ਤਰ੍ਹਾਂ ਦੇ ਇਲਜ਼ਾਮ ਲੱਗਦੇ ਸੀਗੇ ਹੈ ਨਾ, ਵੀ ਅਮਰੀਰ ਆਏ ਉਹ ਆ, ਉਹ ਨੌਜਵਾਨੀ ਨੇ ਜਾ ਕੇ ਦਿੱਲੀ ਹਿਲਾਤੀ। ਮਤਲਬ ਅਮਿਤ ਸ਼ਾਹ ਹੁਣੇ, ਮੋਦੀ ਹੁਣੇ, ਜਾਂ ਦਿੱਲੀ ਦੇ ਹੋਰ ਵੀ ਜਿੰਨੇ ਵੀ ਆ, ਪੁਲਿਸ ਆ, ਚਾਹੇ ਕੁਛ ਆ, ਸਾਰਿਆਂ ਨੂੰ ਮਤਲਬ ਹਿਲਾਤਾ ਜਾ ਕੇ ਵੀ ਨੌਜਵਾਨੀ ਆਹ ਕੁਛ ਵੀ ਕਰ ਸਕਦੀ ਹੁੰਦੀ ਆ। ਜਿਹੜੇ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਪੰਜਾਬ ਦੇ ਬੈਰੀਕੇਡ ਨਹੀਂ ਟੱਪਣ ਦਿੰਦੇ, ਉਹ ਪੰਜਾਬ ਦੇ ਬੈਰੀਕੇਡ ਭੰਨ ਕੇ, ਹਰਿਆਣਾ ਸਾਰਾ ਲੰਘ ਕੇ, ਦਿੱਲੀ ਦੇ ਬੈਰੀਕੇਡ ਭੰਨ ਕੇ ਦਿੱਲੀ ਦੇ ਅੰਦਰ ਵੀ ਜਾਏ। ਮਤਲਬ ਜਦੋਂ ਨੌਜਵਾਨੀ ਆ, ਜਦੋਂ ਲੋਕ ਆ ਉਹ ਆਪਦੀ ਆਈ 'ਤੇ ਉਤਰ ਆਉਣ, ਜਦੋਂ ਲੜਨ 'ਤੇ ਉਤਰ ਆਉਣ, ਉਹ ਲੋਕਾਂ ਦਾ ਹੜ੍ਹ ਹੁੰਦਾ ਜਿਹਨੂੰ ਕੋਈ ਸਰਕਾਰੀ ਬੰਨ ਜਾਂ ਕੋਈ ਰੋਕ ਨਹੀਂ ਸਕਦਾ। ਅਤੇ ਉਹ ਹੜ੍ਹ ਹਜੇ ਵੀ ਵਗ ਰਿਹਾ, ਅਤੇ ਉਹ ਹੜ੍ਹ ਇਹੋ ਜਿਹਾ ਹੜ੍ਹ ਆ ਕਿ ਇਹ ਜਿਹੜੀ ਸਾਰੇ ਦਾ ਸਾਰਾ ਨਿਜ਼ਾਮ ਆ ਉਹਨੂੰ ਕਿਸੇ ਨਾ ਕਿਸੇ ਦਿਨ ਰੋੜ ਕੇ ਲੈ ਜਾਊਗਾ ਨਾ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਇਸ ਵੇਲੇ ਸਾਡੇ ਨਾਲ ਅਮਨ ਮੌਜੂਦ ਨੇ, ਜਿਹੜੇ ਕਿ ਲਲਕਾਰ ਜਥੇਬੰਦੀ ਦੇ ਨਾਲ ਸੰਬੰਧਿਤ ਨੇ, ਲਲਕਾਰ ਵਿਦਿਆਰਥੀ ਜਥੇਬੰਦੀ ਹੈ, ਔਰ ਇਹ ਉਹ ਨੇ ਜਿਨ੍ਹਾਂ ਦੇ ਉੱਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਹੈ। ਅਮਨ, ਬਹੁਤ ਬਹੁਤ ਸਵਾਗਤ ਹੈ। ਔਰ ਲੰਬੇ ਸਮੇਂ ਤੋਂ ਬੋਲ ਰਹੇ ਹੋ ਪ੍ਰਸ਼ਾਸਨ ਦੇ ਖਿਲਾਫ, ਹਕੂਮਤਾਂ ਦੇ ਖਿਲਾਫ, ਔਰ ਉਸ ਦਾ ਨਤੀਜਾ ਮਿਲ ਗਿਆ, ਅੱਜ ਪਰਚਾ ਦਰਜ ਹੋ ਗਿਆ। ਬਿਲਕੁਲ ਇਹੀ ਕਹਿ ਸਕਦੇ ਹਾਂ। ਚਲੋ ਪਰਚੇ ਤਾਂ ਕੋਈ ਏਡੇ ਵੱਡੇ ਨਹੀਂ ਹੋਏ ਹੈਗੇ, ਪਰ ਫਿਰ ਵੀ ਇਹ ਤਰੀਕਾ ਇਹੀ ਹੈ ਹਕੂਮਤ ਦਾ ਵੀ ਜਿਹੜੇ ਲੋਕ ਬੋਲਦੇ ਨੇ ਉਹਨਾਂ ਨੂੰ ਡਰਾਉਣਾ ਕਿਵੇਂ ਆ ਤੁਸੀਂ, ਵੀ ਉਹਨਾਂ ਤੇ ਪਰਚੇ ਦਰਜ ਕਰ ਦਿਓ, ਉਹਨਾਂ ਨੂੰ ਚੁੱਪ ਕਰਕੇ ਘਰਾਂ ਦੇ ਵਿੱਚ ਬੈਠ ਜਾਣਗੇ ਫਿਰ ਉਹ, ਤੇ ਉਹਨਾਂ ਨੂੰ ਦੇਖਣ ਵਾਲੇ ਵੱਧ ਬੈਠ ਜਾਣਗੇ ਘਰਾਂ ਦੇ ਵਿੱਚ ਵੀ ਹਾਂ ਇਹੀ ਹਸ਼ਰ ਹੋਣਾ ਵਾ ਇਵੈਂਚੁਅਲੀ ਜਦੋਂ ਤੁਸੀਂ ਬੋਲੋਗੇ ਤਾਂ। ਇਸ ਲਈ ਬੋਲਣਾ ਛੱਡ ਦਿਓ, ਇਹ ਡਰਾਉਣ ਦੇ ਇਹ ਤਰੀਕਾ ਹੈ ਇਹਨਾਂ ਦਾ। ਅਮਨ, ਬੱਚੇ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਣ, ਪਰ ਜਿਹੜੇ ਮਾਪੇ ਨੇ ਨਾ ਅਕਸਰ ਉਹਨਾਂ ਨੂੰ ਲੈ ਕੇ ਚਿੰਤਿਤ ਰਹਿੰਦੇ ਨੇ। ਖਾਸ ਤੌਰ ਤੇ ਤੁਸੀਂ ਲੜਕੀ ਹੋ, ਮੈਂ ਵੀ ਇੱਕ ਲੜਕੀ ਹਾਂ, ਇਸ ਚੀਜ਼ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਮੇਰੇ ਪੇਰੈਂਟਸ ਮੈਨੂੰ ਲੈ ਕੇ ਕਿੰਨੇ ਵਰਡ ਹੋਣਗੇ ਅੱਜ ਵੀ। ਔਰ ਜਦੋਂ ਪਰਚੇ ਦੀ ਗੱਲ ਮਾਂ-ਬਾਪ ਦੇ ਧਿਆਨ ਦੇ ਵਿੱਚ ਆਈ ਤਾਂ ਕੀ ਰਵੱਈਆ ਸੀ ਉਹਨਾਂ ਦਾ? ਦੇਖੋ ਜੀ, ਮੇਰੇ ਘਰ ਦੇ ਇਸ ਮਾਮਲੇ ਦੇ ਵਿੱਚ ਚਲੋ ਮਾਵਾਂ ਥੋੜ੍ਹੀਆਂ ਜ਼ਿਆਦਾ ਚਿੰਤਤ ਹੁੰਦੀਆਂ ਨੇ, ਆਪਾਂ ਮੰਨਦੇ ਹਾਂ, ਪਰ ਫਿਰ ਵੀ ਮੇਰੇ ਡੈਡੀ ਵੀ ਅੱਜ ਇੱਥੇ ਪਹੁੰਚੇ ਹੋਏ ਨੇ ਧਰਨੇ ਦੇ ਵਿੱਚ, ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਉਹਨਾਂ ਨੇ ਇਹੀ ਕਿਹਾ ਵੀ ਕੋਈ ਗੱਲ ਨਹੀਂ, ਤੇਰੇ ਨਾਲ ਜਿਹੜੇ ਲੋਕ ਪਹਿਲਾਂ ਤੇਰੇ ਨਾਲ ਖੜੇ ਰਹੇ ਨੇ ਅੱਜ ਵੀ ਉਹ ਤੇਰਾ ਇੱਥੋਂ ਵਾਲਾ ਪਰਿਵਾਰ ਤੇਰੇ ਨਾਲ ਖੜਾ ਹੈ, ਤੇ ਪਰਚੇ ਕੋਈ ਏਡੀ ਗੱਲ ਨਹੀਂ, ਇਹ ਸਰਕਾਰਾਂ ਦਾ ਤਰੀਕਾ ਹੁੰਦਾ ਲੋਕਾਂ ਨੂੰ ਥੱਲੇ ਸਿੱਟਣ ਦਾ, ਤੇ ਇਹ ਤਾਂ ਸਗੋਂ ਸੰਘਰਸ਼ ਕਰਦੇ ਲੋਕਾਂ ਲਈ ਤਾਂ ਇਹ ਸੋਨੇ ਦੇ ਤਗਮੇ ਹੁੰਦੇ ਨੇ, ਤੇ ਇਹ ਤਗਮਾ ਚਲੋ ਮਿਲ ਗਿਆ, ਵਧਾਈਆਂ ਪੁੱਤਰ ਤੁਹਾਨੂੰ। ਮਤਲਬ ਇਹ ਇਸ ਤਰ੍ਹਾਂ ਦਾ ਜਿਹੜੇ ਲੋਕ ਸੰਘਰਸ਼ਾਂ 'ਚ ਪਏ ਨੇ, ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਹੋਣਾ ਜਿਨ੍ਹਾਂ ਨੇ ਸਰਕਾਰਾਂ ਨਾਲ ਬੈਰ ਪਿਲਿਆ ਵਾ ਤੇ ਸਰਕਾਰਾਂ ਨੇ ਉਹਨਾਂ 'ਤੇ ਕੋਈ ਪਰਚੇ ਨਹੀਂ ਪਾਏ।
ਪਰ ਇਹ ਸਾਨੂੰ ਪਤਾ ਵਾ ਵੀ ਇਹ ਪਰਚੇ ਪਾਉਣ ਦਾ ਜਿਹੜਾ ਤਰੀਕਾ ਹੈ, ਜੇ ਅੱਜ ਇੱਥੇ ਪੈਂਦਾ ਇੱਕ ਪਰਚਾ ਤਾਂ ਕੱਲ ਨੂੰ ਦੂਜਾ ਵੀ ਪਊਗਾ, ਤੀਜਾ ਵੀ ਪਊਗਾ। ਇਸ ਕਰਕੇ ਇਹਦਾ ਵਿਰੋਧ ਕਰਨਾ ਬਹੁਤ ਜ਼ਰੂਰੀ ਆ ਵੀ ਯੂਨੀਵਰਸਿਟੀਆਂ ਦੇ ਕੈਂਪਸਾਂ ਦੇ ਅੰਡਰ ਐਡਾ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ ਵੀ ਉੱਥੋਂ ਦੇ ਅਧਿਕਾਰੀ ਨੂੰ ਤੁਸੀਂ ਘੇਰ ਕੇ ਸਵਾਲ ਹੀ ਪੁੱਛ ਲਏ ਚਾਰ, ਤੇ ਉਹਦੇ ਉੱਤੇ ਤੁਸੀਂ ਕੁੱਟਮਾਰ ਦਾ ਪਰਚਾ ਦਰਜ ਕਰ ਦਿੰਦੇ ਹੋ, ਬਿਲਕੁਲ ਹੀ ਬੇਬੁਨਿਆਦ ਹੈ। ਪਰ ਸਾਨੂੰ ਪਤਾ ਵੀ ਐਂਡ ਤੇ ਬੰਨਾ ਤੇ ਤਾਂ ਨਿਕਲਣਾ ਕੁਛ ਨਹੀਂ, ਪਰ ਫਿਰ ਵੀ ਇਹ ਪਰਚਾ ਆਪਦੇ ਚ ਕਰਨਾ ਇਹ ਗਲਤ ਗੱਲ ਹੈ। ਇਸ ਕਰਕੇ ਇਹਦਾ ਵਿਰੋਧ ਅੱਜ ਇੱਥੇ ਕੀਤਾ ਜਾ ਰਿਹਾ ਵੀ ਇਹ ਰੱਦ ਕੀਤੇ ਜਾਣ। ਅੱਜ ਕਰ ਰਹੇ ਹੋ ਜਾਂ ਫਿਰ ਇਹ ਲਗਾਤਾਰ ਜਾਰੀ ਰਹੇਗਾ ਪਰਚੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ? ਬਿਲਕੁਲ ਹੀ ਅੱਜ ਇੱਕ ਸੰਕੇਤਕ ਪ੍ਰਦਰਸ਼ਨ ਹੈ, ਇਸ ਤੋਂ ਬਾਅਦ ਇਹ ਵੀ ਪ੍ਰਦਰਸ਼ਨ ਇਹ ਜਾਰੀ ਰਹੂਗਾ। ਬਿਲਕੁਲ ਯਾਨੀ ਕਿ ਸੈਨੇਟ ਚੋਣਾਂ ਦੀ ਮੰਗ, ਯੂਨੀਵਰਸਿਟੀ ਖੁਲਵਾਉਣ ਦੀ ਮੰਗ ਤੇ ਹੁਣ ਤੀਜੀ ਮੰਗ ਪਰਚੇ ਰੱਦ ਕਰਨ ਦੀ ਵੀ ਇਸ ਦੇ ਵਿੱਚ ਸ਼ਾਮਲ ਹੋ ਗਈ। ਬਿਲਕੁਲ ਸੈਨੇਟ ਦੀਆਂ ਚੋਣਾਂ ਦਾ ਇੱਕ ਫੇਜ਼ ਹੋ ਚੁੱਕਿਆ, ਦੂਜੇ ਦੀ ਸ਼ਾਇਦ ਦੇਖਦੇ ਆ ਵੀ ਜਲਦੀ ਜੇ ਨਹੀਂ ਹੁੰਦਾ ਤਾਂ ਉਹ ਵੀ ਲੈ ਕੇ ਕਰਨਾ ਪਊ ਕੁਛ ਨਾ ਕੁਛ। ਯੂਨੀਵਰਸਿਟੀ ਖੁੱਲ ਰਹੀ ਹੈ, ਕੁਛ ਡਿਪਾਰਟਮੈਂਟ 10-15 ਖੁੱਲ ਚੁੱਕੇ ਨੇ, ਬਾਕੀ ਵੀ ਛੇਤੀ ਖੁੱਲਣਗੇ। ਤੇ ਇਹ ਮੰਗ ਆ ਜਿਹੜੀ, ਇਹ ਵੀ ਇੱਕ ਜਮਹੂਰੀ ਹੱਕਾਂ ਦੀ ਮੰਗ ਬਣਦੀ ਹੈ ਵੀ ਸਾਰੇ ਹੀ ਝੂਠੇ ਪਰਚੇ। ਤੁਸੀਂ ਇਹ ਦੇਖ ਲਓ ਵੀ ਜਦੋਂ ਸ਼ਹੀਨ ਬਾਗ CNRC ਲੱਗੀ ਹੋਇਆ ਸੀ, ਉਸ ਤੋਂ ਬਾਅਦ ਇਹਨਾਂ ਨੇ ਵਿਦਿਆਰਥੀ ਘਰੋਂ ਜਾ ਕੇ ਚੱਕੇ ਨੇ, ਹੰਟ ਕੀਤਾ ਉਹਨਾਂ ਨੂੰ। ਇਹ ਸਰਕਾਰ ਦੀ ਕੋਈ ਨੀਤੀ ਹੈ, ਚੰਡੀਗੜ੍ਹ 'ਚ ਇਹਨਾਂ ਦੀ ਸਰਕਾਰ, ਇਸ ਕਰਕੇ ਇਹਨਾਂ ਲਈ ਪਰਚੇ ਕਰਨਾ ਬਹੁਤ ਸੌਖਾ ਹੋ ਜਾਂਦਾ। ਤਾਂ ਇਸ ਕਰਕੇ ਆਪਾਂ ਇਹੀ ਕਹਿੰਦੇ ਵੀ ਇਹ ਤਾਂ ਭਾਜਪਾ RSS ਇੱਥੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਸਾਰੇ ਮਿਲੇ ਹੋਏ ਨੇ, ਤਰੀਕਾਕਾਰ ਵੀ ਇਹਨਾਂ ਦਾ ਇੱਕੋ ਹੀ ਹੈ, ਕਰ ਵੀ ਉਹੀ ਕੁਛ ਰਹੇ ਨੇ ਸਾਡੇ ਨਾਲ। ਅਮਨ, ਤੁਸੀਂ ਕਹਿ ਰਹੇ ਹੋ ਕਿ ਸੈਨੇਟ ਚੋਣਾਂ ਦਾ ਜਿਹੜਾ ਇੱਕ ਫੇਸ ਹੈ ਉਹ ਹੋ ਚੁੱਕਾ ਹੈ, ਔਰ ਇੱਕ ਫੇਸ ਕਿਸ ਤਰ੍ਹਾਂ ਅਮਨ ਅਮਾਨ ਦੇ ਨਾਲ ਨਿਪਰੇ ਚੜਿਆ ਹੈ ਜਾਂ ਫਿਰ ਸਰਕਾਰੀ ਨੀਤੀਆਂ ਦਾ ਸ਼ਿਕਾਰ? ਨਹੀਂ ਚੋਣਾਂ ਜਿੱਥੋਂ ਤੱਕ ਮੈਨੂੰ ਸੂਚਨਾ ਮਿਲੀ ਹੈ ਉਹ ਠੀਕ ਨਿਪਰੇ ਚੜਿਆ ਜੀ, ਕੋਈ ਏਡੀ ਸਮੱਸਿਆ ਨਹੀਂ ਹੋਈ ਉਹਦੇ ਵਿੱਚ। ਹੁਣ ਦੂਜੇ ਦਾ ਵੇਟ ਕਰ ਰਹੇ ਹਾਂ ਵੀ ਜਲਦੀ ਆਵੇ ਤੇ ਜਲਦੀ ਸੈਨੇਟ ਚੁਣੀ ਜਾਵੇ ਤਾਂ ਕਿ BC ਦਾ ਜਿਹੜਾ ਰੂਲ ਹੈ, ਜਿਹੜਾ ਇਹ ਆਪਦੇ ਆਪ ਨੂੰ ਡਿਕਟੇਟਰਸ਼ਿਪ ਰੂਲ ਇੱਥੇ ਲਾਗੂ ਕਰ ਰਿਹਾ, ਉਹਦਾ ਅੰਤ ਹੋਵੇ ਕਿਸੇ ਤਰ੍ਹਾਂ। ਦੂਜੇ ਦੇ ਲਈ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ, ਕੋਈ ਤਰੀਕ? ਤਾਂ ਕੋਈ ਨੋਟੀਫਿਕੇਸ਼ਨ ਨਹੀਂ ਆਇਆ, ਪਰ ਉਮੀਦ ਹੈ ਵੀ ਜਲਦ ਹੋ ਜਾਊਗਾ ਜੀ। 4 ਸਟੂਡੈਂਟਸ ਦੇ ਉੱਤੇ ਪਰਚੇ VC ਦੇ ਵੱਲੋਂ ਹਿੰਸਾ ਦੇ ਨਾਮ ਤੇ ਦਰਜ ਕਰਵਾਏ ਗਏ ਨੇ, ਉਹਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕਰ ਰਹੇ ਨੇ। ਤੁਹਾਨੂੰ ਪਤਾ ਹੀ ਹੈ ਕਿ ਲੰਬੇ ਸਮੇਂ ਤੋਂ ਜਿਹੜਾ ਸੈਨੇਟ ਚੋਣਾਂ ਤੇ ਯੂਨੀਵਰਸਿਟੀ ਖੁਲਵਾਉਣ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਿਦਿਆਰਥੀਆਂ ਦਾ ਰੋਹ ਹੈ ਭੜਕਿਆ ਹੋਇਆ, ਲਗਾਤਾਰ ਧਰਨੇ ਤੇ ਬੈਠੇ ਨੇ ਪਿਛਲੇ ਕਈ ਮਹੀਨਿਆਂ ਤੋਂ, ਔਰ ਉਸ ਦੇ ਵਿੱਚ ਇੱਕ ਧਰਨਾ ਹੁਣ ਹੋਰ ਸ਼ਾਮਿਲ ਹੋ ਗਿਆ, ਇੱਕ ਵਿਰੋਧ ਹੁਣ ਹੋਰ ਸ਼ਾਮਿਲ ਹੋ ਗਿਆ ਕਿ ਜਿਹੜੇ 4 ਵਿਦਿਆਰਥੀਆਂ ਦੇ ਉੱਤੇ VC ਵੱਲੋਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਪਰਚੇ ਦਰਜ ਕਰਵਾਏ ਗਏ ਨੇ ਹਿੰਸਾ ਦੇ ਨਾਮ ਤੇ, ਉਹ ਝੂਠੇ ਪਰਚੇ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਰਜ ਕਰਾਏ ਗਏ ਨੇ। ਕੋਈ ਵੀ ਪ੍ਰੂਫ ਜਿਹੜਾ ਹੈ ਜ਼ਾਹਿਰ ਨਹੀਂ ਕਰ ਸਕੇ ਕਿ VC ਦੇ ਨਾਲ ਕਿਸ ਤਰੀਕੇ ਦੀ ਹਿੰਸਾ ਵਿਦਿਆਰਥੀਆਂ ਦੇ ਵੱਲੋਂ ਕੀਤੀ ਗਈ ਹੈ। ਇਸ ਲਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਰਚੇ ਝੂਠੇ ਨੇ, ਔਰ ਉਹ ਝੂਠੇ ਪਰਚੇ ਜਦੋਂ ਤੱਕ ਵੀ ਰੱਦ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਔਰ ਸੈਨੇਟ ਚੋਣਾਂ ਜਿਹੜੀਆਂ ਨੇ ਕੁਝ ਬੂਥ ਤੇ ਹੋ ਚੁੱਕੀਆਂ ਨੇ ਔਰ ਕੁਝ ਤੇ ਜਿਹੜਾ ਕੰਮ ਬਾਕੀ ਹੈ, ਔਰ ਪੰਜਾਬ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਵੇਖਦੇ ਰਹੋ ਪੰਜਾਬ ਸਟਾਰ TV। ਧੰਨਵਾਦ।